ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀਆਂ ਹਨ, ਉੱਥੇ ਹੁਣ ਪੰਜਾਬ ਦੇ ਬੀਜੇਪੀ ਆਗੂ ਵੀ ਖੁੱਲ੍ਹ ਕੇ ਚੋਣ ਮੈਦਾਨ ਵਿੱਚ ਉਤਰਨ ਲੱਗ ਪਏ ਹਨ। ਇਸ ਦੇ ਚੱਲਦਿਆਂ ਰੂਪਨਗਰ ਦੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮੀਡੀਆ ਅੱਗੇ ਰੂਬਰੂ ਹੁੰਦੇ ਹੋਏ ਕਾਂਗਰਸ ਸਰਕਾਰ ਨੂੰ ਘੇਰਦੇ ਹੋਏ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਗਏ। ਸਾਡੇ ਪਰਿਵਾਰ ਦੇ ਵਿੱਚ ਰੋਪੜ ਸ਼ਹਿਰ ਦੇ ਵਿੱਚ ਜਿਹੜੇ ਕੁਝ ਪਰਿਵਾਰਕ ਮੈਂਬਰ ਜੁਆਇਨ ਕੀਤੇ ਆ, ਆਪ ਜੀ ਕੋ ਸ਼ਾਇਦ ਉਹਨਾਂ ਦੀਆਂ ਇਨਫੋਰਮੇਸ਼ਨ ਜਾਂ ਫੋਟੋਗ੍ਰਾਫਸ ਆ ਵੀ ਗਈਆਂ ਹੋਣ, ਕਿਉਂਕਿ 2-4 ਦਿਨ ਪਹਿਲਾਂ ਜਿਹੜਾ ਹੈਗਾ ਆ ਫਿਰੋਜ਼ਪੁਰ ਸਾਨੂੰ ਸ਼ਿਖਾਵਤ ਜੀ ਨੇ ਸੱਦਿਆ ਸੀਗਾ। ਇਹਨਾਂ ਦਾ ਜਿਹੜਾ ਸਾਡੇ ਪਰਿਵਾਰਕ ਮੈਂਬਰ ਹੈ, ਇਹਨਾਂ ਨੂੰ ਮਾਣ ਦੇਣ ਲਈ ਉਹਨਾਂ ਨੇ ਆਪ ਕਿਹਾ ਵੀ ਤੁਸੀਂ ਫਿਰੋਜ਼ਪੁਰ ਆਓ, ਮੈਂ ਆਪ ਚਾਹੂੰਗਾ ਵੀ ਮੈਂ ਇਹਨਾਂ ਨੂੰ ਜੁਆਇਨ ਕਰਾਵਾਂ। ਸੋ ਉਹਨਾਂ ਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਜੁਆਇਨ ਕਰਾਇਆ, ਜਿਹਦੇ ਨਾਲ ਕਿ ਨਾ ਕੇਵਲ ਪੰਜਾਬ ਲੈਵਲ ਦੇ ਉੱਤੇ ਸਾਡੀ ਪਾਰਟੀ ਸਟਰੋਂਗ ਹੋਈ ਹੈ, ਬਟ ਲੋਕਲ ਰੋਪੜ ਲੈਵਲ ਦੇ ਉੱਤੇ ਜਿਹੜਾ ਹੈਗਾ ਸਾਨੂੰ ਬਹੁਤ ਵੱਡਾ ਜਿਹੜੀ ਸਟਰੈਂਥ ਮਿਲੀ ਹੈਗੀ ਹੈ ਜੀ। ਸੋ ਮੈਂ ਤੁਹਾਡਾ ਇੰਟਰੋਡਕਸ਼ਨ ਕਰਾਉਣਾ ਚਾਹੂੰਗਾ ਨਾਜਰ ਭਾਜੀ ਸ਼ਾਹਪੁਰ ਬੇਲਾ ਤੋਂ। ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਜੀ, ਔਰ ਇੱਧਰ ਸਰਦਾਰ ਜੋਰਾਵਰ ਸਿੰਘ ਭਾਓਵਾਲ, ਇਹਨਾਂ ਨੇ ਜਿਹੜੀ ਹੈਗੀ ਹੈ ਬੀਜੇਪੀ ਜੁਆਇਨ ਕੀਤੀ ਸਾਡੇ ਪੰਜਾਬ ਦੇ ਪ੍ਰਧਾਨ ਦੀ ਲੀਡਰਸ਼ਿਪ ਦੇ ਤਹਿਤ, ਔਰ ਜਿਹੜਾ ਹੈਗਾ ਸਾਡੇ ਸਟੇਟ ਮਿਨਿਸਟਰ ਸ਼ਿਖਾਵਤ ਸਰ ਦੀ ਲੀਡਰਸ਼ਿਪ ਦੇ ਅੰਡਰ। ਸਾਡੀ ਭੈਣ ਮੋਨਿਕਾ ਸ਼ਰਮਾ ਜੀ ਆ, ਇਹ ਰੋਪੜ ਤੋਂ ਨੇ, ਸੋਸ਼ਲ ਐਕਟਿਵਿਸਟ ਵੀ ਨੇ, ਔਰ ਇਹਨਾਂ ਨੇ ਜਿਹੜਾ ਜੁਆਇਨ ਕੀਤੀ ਹੈ ਜੀ। ਇੱਕ ਡਾਕਟਰ ਧਨੀਰਾਮ, ਕਿਉਂਕਿ ਉਹਨਾਂ ਦੀ ਅੱਜ ਕੋਈ ਪਰਸਨਲ ਕਮਿਟਮੈਂਟ ਸੀ, ਉਹ ਆ ਨਹੀਂ ਪਾਏ। ਡਾਕਟਰ ਧਨੀਰਾਮ ਜੀ ਨੇ ਜੀ, ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜੀ ਸੀ, ਉਹਨਾਂ ਨੇ ਵੀ ਜਿਹੜੀ ਹੈਗੀ ਹੈ ਬੀਜੇਪੀ ਪਾਰਟੀ ਜੁਆਇਨ ਕੀਤੀ ਹੈ ਜੀ। ਸੋ ਮੈਂ ਰਿਕੁਐਸਟ ਕਰਾਂਗਾ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਟਵਾਲ ਸਾਹਿਬ ਨੂੰ ਵੀ ਤੁਹਾਡੇ ਨਾਲ ਰੂਬਰੂ ਹੋ ਕੇ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਅੱਗੇ ਪ੍ਰੋਸੀਡ ਵਿੱਚ ਆਏ ਮੇਰੇ ਸਾਥੀ, ਮੰਡਲ ਅਧਿਕਸ਼, ਬਾਕੀ ਸਾਰੇ ਸਾਥੀ, ਇਹਨਾਂ ਦੀ ਟੀਮ ਔਰ ਪ੍ਰੈਸ ਮੈਂਬਰ ਸਾਹਿਬਾਨ, ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਰੁਝੇਵਿਆਂ 'ਚੋਂ ਇਹ ਕੀਮਤੀ ਸਮਾਂ ਕੱਢਿਆ। ਅੱਜ ਦੀ ਪ੍ਰੈਸ ਕਾਨਫਰੰਸ, ਜਿੱਦਾਂ ਅਜੇ ਵੀਰ ਲਾਲਪੁਰਾ ਸਾਹਿਬ ਨੇ ਦੱਸਿਆ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ। ਕੱਲਾ ਰੋਪੜ ਨਹੀਂ, ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਔਰ ਪ੍ਰਧਾਨ ਮੰਤਰੀ ਜੀ ਦੀ ਵਿਸ਼ਵਾਸ ਜਤਾਉਂਦੇ ਹੋਏ, ਉਹਨਾਂ ਦੀ ਕਾਬਲੀਅਤ 'ਤੇ ਵਿਸ਼ਵਾਸ ਜਤਾਉਂਦੇ ਹੋਏ ਬਹੁਤ ਸਾਰੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ। ਇਸੇ ਤਹਿਤ ਸਾਡੇ ਨਾਜਰ ਸਿੰਘ ਜੀ, ਜਿਹੜੇ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਜਿੰਦਰ ਸ਼ਿਖਾਵਤ ਜੀ ਦੀ ਔਰ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਉਹ ਆਪਣੇ ਆਪ ਨੂੰ ਸਮਰਪਿਤ ਕੀਤਾ, ਜੁਆਇਨ ਕੀਤਾ। ਸਾਡੇ ਭਾਓਵਾਲ ਸਾਹਿਬ, ਜੋਰਾਵਰ ਸਿੰਘ ਭਾਓਵਾਲ ਸਾਹਿਬ, ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਬੈਂਸ ਸਾਹਿਬ ਦੇ ਨਾਲ, ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਜਤਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ, ਇਸੇ ਤਰ੍ਹਾਂ ਮੋਨਿਕਾ ਭੈਣ ਜੀ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਇੱਕ ਤਾਂ ਸਾਡੇ ਸਰਕਾਰੀ ਵਿਭਾਗ ਅਤੇ ਠੇਕੇਦਾਰ ਅਕਸਰ ਹੀ ਆਪਣੇ ਮਾੜੇ ਕੰਮਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਰੂਪਨਗਰ ਦਾ ਹੈ, ਜਿੱਥੋਂ ਰੂਪਨਗਰ ਤੋਂ ਬੇਲਾ ਬਹਿਰਾਮਪੁਰ ਨੂੰ ਬਣਾਈ ਜਾ ਰਹੀ ਸੜਕ ਦੇ ਉੱਤੇ ਵਰਦੇ ਮੀਂਹ ਦੇ ਵਿੱਚ ਹੀ ਠੇਕੇਦਾਰ PWD ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰੀ ਮਿਕਸ ਪਾ ਕੇ ਸੜਕ ਬਣਾਉਂਦਾ ਰਿਹਾ। ਠੇਕੇਦਾਰ ਅਤੇ ਸਰਕਾਰੀ ਵਿਭਾਗ ਦੇ ਇਸ ਕਾਰਨਾਮੇ ਨੂੰ ਦੇਖ ਲੋਕਾਂ ਦੇ ਵੀ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਜਦੋਂ ਮੌਕੇ ਤੇ ਮੀਡੀਆ ਪਹੁੰਚਿਆ ਤਾਂ ਵਰਦੇ ਮੀਂਹ ਦੇ ਵਿੱਚ ਠੇਕੇਦਾਰ ਸੜਕ ਦੇ ਉੱਤੇ ਲੁੱਕ ਬਜਰੀ ਪਵਾ ਰਿਹਾ ਸੀ। ਹੁਣ ਇੱਥੇ ਠੇਕੇਦਾਰ ਦੇ ਸਵਾਲ ਇਹ ਖੜਾ ਉੱਠਦਾ ਹੈ ਕਿ ਆਖਰਕਾਰ ਮੀਂਹ ਦੇ ਵਿੱਚ ਲੁੱਕ ਬਜਰੀ ਦੇ ਨਾਲ ਬਣਾਈ ਜਾ ਰਹੀ ਸੜਕ ਕਿੰਨੇ ਦਿਨ ਚੱਲੇਗੀ। ਮੌਕੇ ਤੇ ਮੀਡੀਆ ਦੇ ਵੱਲੋਂ ਠੇਕੇਦਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ, ਪਰੰਤੂ ਮੌਕੇ ਤੇ ਦੋਵੇਂ ਹੀ ਖਿਸਕ ਗਏ। ਠੇਕੇਦਾਰ ਅਤੇ PWD ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਕੀਲ ਕੇਸਰ ਸਿੰਘ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਹਨ। ਸਰ, ਕਿਵੇਂ ਦੇਖਦੇ ਹੋ ਬਾਰਿਸ਼ ਦੇ ਵਿੱਚ ਸੜਕ ਬਣਾਈ ਜਾ ਰਹੀ ਹੈ, ਤੁਸੀਂ ਅਕਸਰ ਉਸ ਸੜਕ ਤੇ ਲੰਘਦੇ ਹੋ, ਕਿੰਨੇ ਸਾਲਾਂ ਬਾਅਦ ਬਣਨ ਲੱਗੀ ਆ, ਤੇ ਮੀਂਹ ਦੇ ਵਿੱਚ ਲੁੱਕ ਪਾਈ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਸ ਕਾਰਨਾਮੇ ਨੂੰ? ਦੇਖੋ, ਗੱਲ ਇਹ ਹੈ ਵੀ ਇਹ ਸੜਕ 10-11 ਸਾਲ ਬਾਅਦ ਬਣਨ ਲੱਗੀ ਹੈ, ਜਿਹੜੀ ਕਿ ਅਸੀਂ ਪ੍ਰਮਾਤਮਾ ਨੂੰ ਅਰਦਾਸਾਂ ਕਰਕੇ ਮਸਾਂ ਸ਼ੁਰੂ ਕਰਵਾਈ ਹੈਗੀ ਹੈ। ਤੇ ਚਲੋ ਵਧੀਆ ਗੱਲ ਹੈਗੀ ਆ, ਬਣ ਗਈ ਹੈ, ਪਰ ਫਿਰ ਵੀ ਅਸੀਂ 9-10 ਸਾਲ ਬੜਾ ਸੰਤਾਪ ਹੰਢਾਇਆ, ਕਿਉਂਕਿ ਅਸੀਂ ਰੋਜ਼ ਸਵੇਰੇ ਆਉਣਾ ਜਾਣਾ ਹੁੰਦਾ, ਇਸ ਦੇ ਸੜਕ ਦੇ ਜ਼ਰੀਏ ਆਉਣਾ ਜਾਣਾ ਹੁੰਦਾ ਹੈਗਾ, ਹੈ ਨਾ ਜੀ। ਅਤੇ ਹੁਣ ਇਹ ਇੱਕ ਬੜੀ ਹਾਸੋਹੀਣੀ ਗੱਲ ਹੈਗੀ। ਅੱਜ ਮੈਂ ਦੇਖਿਆ ਹੈਗਾ ਕਿ ਮੀਂਹ ਪੈ ਰਿਹਾ ਹੈਗਾ ਅਤੇ ਉਹਦੇ ਉੱਤੇ ਲੁੱਕ ਪਾਈ ਆ ਰਹੀ ਹੈਗੀ। ਦੇਖੋ, ਜਦੋਂ ਪਾਣੀ ਦੇ ਵਿੱਚ ਲੁੱਕ ਪਾਈ ਜਾਏਗੀ ਤਾਂ ਉਹ ਕਿੰਨੇ ਕੁ ਦਿਨ ਕੱਢੇਗੀ, ਅਤੇ ਫਿਰ ਬਾਅਦ 'ਚ ਕਹਿ ਦੇਣਗੇ ਜੀ ਇਹ ਤਾਂ ਜੀ PWD ਨੇ ਸਹੀ ਨਹੀਂ ਬਣਾਈ ਜਾਂ ਮਟੀਰੀਅਲ ਨਹੀਂ ਸਹੀ ਪਿਆ। ਪਰ ਹੁਣ ਇਸ ਸਟੇਜ 'ਤੇ ਚਾਹੀਦਾ ਹੈਗਾ ਕਿ ਉਸ ਨੂੰ ਨਾ ਬਣਾਈ ਜਾਵੇ। ਜਿੱਥੋਂ ਦੇਖੋ ਇੰਨੇ ਸਾਲ ਹੋ ਗਏ, 8-9 ਮਹੀਨੇ ਕੰਮ ਚੱਲਦੇ ਨੂੰ ਹੋ ਗਿਆ,
ਜਿੱਥੇ 8-9 ਮਹੀਨੇ ਹੋ ਗਏ 2 ਦਿਨ ਹੋਰ ਵੇਟ ਕਰ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ। ਦੇਖੋ ਪਹਿਲੀ ਗੱਲ ਤਾਂ ਹੈ ਵੀ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਵੀ ਸਰਦੀ ਦੇ ਵਿੱਚ ਲੁੱਕ ਪਾਈਓ ਨਹੀਂ ਆ ਸਕਦੀ ਹੈਗੀ ਜੀ, ਅਤੇ ਉਹਦਾ ਮਤਲਬ ਗਰਮੀ ਦੇ ਸੀਜ਼ਨ 'ਚ ਪਾਉਣੀ ਚਾਹੀਦੀ ਹੈਗੀ। ਪਰ ਜਦੋਂ ਫਿਰ ਵੀ ਚਲੋ ਜੇ ਕੋਈ ਵੀ ਮਜਬੂਰੀ ਹੈਗੀ ਆ ਕਿ ਹੁਣ ਸੜਕ ਬਣਾਉਣੀ ਹੈਗੀ ਹੈ ਜਾਂ ਇਲੈਕਸ਼ਨ ਹੈਗੀ ਹੈ, ਪਰ ਫਿਰ ਮੀਂਹ ਦਾ ਤਾਂ ਇੰਤਜ਼ਾਰ ਕਰ ਲਿਆ ਜਾਵੇ ਕਿ ਮੀਂਹ ਹਟਣ ਦਾ ਇੰਤਜ਼ਾਰ ਕਰ ਲਿਆ ਜਾਵੇ, ਅਤੇ ਜਾਂ ਫਿਰ ਜੇ ਧੁੱਪ ਹੋਵੇ ਫਿਰ ਵੀ ਕੁਛ ਹੱਦ ਤੱਕ ਠੀਕ ਹੈ। ਜਿਸ ਨੂੰ ਸੜਕ ਬਣ ਰਹੀ ਹੈ ਜਿਹੜੀ ਹੈ ਲੋਕਾਂ ਦੇ ਜਿਹੜੀ ਹੈਗੀ ਕਾਫੀ ਇਤਰਾਜ਼ ਹੈ ਕਿ ਬਾਰਿਸ਼ ਦੇ ਵਿੱਚੋਂ ਸੜਕ ਬਣਾਈ ਆ ਤੇ ਜ਼ਿਆਦਾ ਨਹੀਂ ਚੱਲੇਗੀ, ਮਤਲਬ ਪੈਸੇ ਦੇ ਮਿਸਯੂਜ਼ ਹੋ ਰਹੇ। ਇਹ ਇਸ਼ੂ ਤੁਸੀਂ ਮੇਰੇ ਧਿਆਨ ਦੇ ਵਿੱਚ ਲਾ ਦਿੱਤਾ ਹੈਗਾ। ਮੈਂ ਐਕਸ਼ਨ ਸਾਹਿਬ ਨੂੰ ਸਵੇਰੇ ਵੀ ਇਸ ਦੇ ਬਾਰੇ ਹਦਾਇਤ ਕਰ ਦਿੱਤੀ ਹੈਗੀ ਕਿ ਜੇਕਰ ਇਸ ਦੇ ਵਿੱਚ ਕੋਈ ਵੀ ਡਿਫਾਲਟ ਵਗੈਰਾ ਹੋਇਆ, ਕੋਈ ਵੀ ਪੈਨਲਟੀ ਵਗੈਰਾ, ਕੋਈ ਵੀ सड़क की क्वालिटी ਨੂੰ ਲੈ ਕੇ ਕੋਈ ਅਗਰ ਕਮੀ ਪੇਸ਼ੀ ਰਹੀ ਤਾਂ ਸਿੱਧੇ ਹੀ ਇੱਕ ਤਾਂ ਪੈਨਲਟੀ ਵੀ ਲੱਗੇਗੀ, ਸਾथ ही ਕੰਟਰੈਕਟਰ ਨੂੰ ਬਲੈਕਲਿਸਟ ਵੀ ਕੀਤਾ ਜਾਵੇਗਾ। ਉਹ ਰਿਪੋਰਟ ਸਾਨੂੰ ਆ ਜਾਣ ਵਾਲੀ ਹੈਗੀ ਤੇ ਇਸ ਦੇ ਵਿੱਚ ਥੋੜਾ ਸਾ ਹਾਂ ਅੱਜ ਮੌਸਮ ਖਰਾਬ ਹੋਣ के कारण ਜੇਕਰ ਕੋਈ ਪੀਸੀ ਵਗੈਰਾ ਦਾ ਕੰਮ ਹੋਏਗਾ ਉਸको ਦੁਬਾਰਾ कराया जाएगा। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅੱਜ ਆਪਣੀ ਚੋਣ ਮੁਹਿੰਮ ਦਾ ਬਿਗਲ ਬਜਾ ਦਿੱਤਾ ਗਿਆ ਹੈ ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵੱਲੋਂ ਪਿੰਡ ਸ਼ੇਖ ਵਿਖੇ ਬ੍ਰਹਮਪੁਰਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬ੍ਰਹਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਕਾਲੀ ਸਨ, ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਰਹਿੰਦਿਆਂ ਉਹ ਕਈ ਵਾਰ ਵਿਧਾਇਕ ਅਤੇ ਮੰਤਰੀ ਬਣਨ ਤੋਂ ਇਲਾਵਾ ਲੋਕ ਸਭਾ ਮੈਂਬਰ ਵੀ ਰਹੇ ਹਨ। ਇਹ ਤਾਂ ਐ ਜਿਸ ਤਰ੍ਹਾਂ ਵੀ ਦੁਨੀਆ ਹੀ ਸਾਰੀ ਆ ਗਈ ਆ, 15-20 ਪਿੰਡਾਂ ਦੇ ਬੰਦੇ ਆਏ ਆ ਤੇ ਬਹੁਤ ਵੱਡਾ ਹੜ੍ਹ ਆਇਆ। ਲੋਕਾਂ ਜੋਸ਼ ਕਿੰਨਾ, ਲੋਕੀ ਵੀ ਕੋਈ ਹਿੱਲੇ ਨਹੀਂ, ਉਹ ਹੁਣ ਤੱਕ ਬੈਠੇ ਰਹੇ, ਅਜੇ ਤੱਕ ਬੈਠੇ ਰਹੇ ਜੀ। ਉਹ ਜਿਹੜੇ ਆਪਾਂ ਕਿਰਾਏ ਤੇ ਖੜਦੇ ਹੁੰਦੇ ਨਾ ਉੱਠੀ ਜਾਂਦੀ ਛੇਤੀ, ਆ ਸਾਰੇ ਬੰਦੇ, ਇੱਕ ਬੰਦਾ ਨਹੀਂ ਉੱਠਿਆ। ਲੱਗਦਾ ਵਾ ਕੱਲ੍ਹ ਕਿੰਨੀ ਕੁ ਲੀਡ ਤੋਂ ਜਿੱਤੂਗਾ ਇਸ ਵੇਲੇ ਜੋ 2 ਵਾਰ ਇਹ ਤਾਂ ਜੇ ਜਦੋਂ ਆਪਾਂ ਲੜਾਂਗੇ, ਅਜੇ ਤਾਂ ਸ਼ੁਰੂ ਕੀਤਾ ਵਾ। ਜਦੋਂ ਆਪਾਂ ਜਾਵਾਂਗੇ ਮੈਦਾਨ ਦੇ ਤੁਹਾਨੂੰ ਪਤਾ ਤਾਂ ਲੱਗ ਜਾਊਗਾ, ਤੁਹਾਨੂੰ ਹੋਰ 10 ਦਿਨਾਂ ਨੂੰ ਲੱਗ ਜਾਊਗਾ, ਪਤਾ ਲੱਗ ਜਾਊਗਾ। ਮੋਦੀ ਸਾਹਿਬ ਜਿਹੜੇ ਆ ਰਹੇ ਆ ਇਸ ਵਕਤ, ਲੱਗਦਾ ਵਾ ਕਿ ਕਿਸਾਨ ਇਹਨਾਂ ਦਾ ਸਹਿਯੋਗ ਕਰਨਗੇ ਇਸ ਵਕਤ ਜਿਹੜਾ ਪੰਜਾਬ ਦੇ ਚਾਰੇ। ਨਹੀਂ, ਉਹ ਤੇ ਮੈਂ ਰਾਤ ਟੈਲੀਵਿਜ਼ਨ ਵੀ ਵੇਖਣਾ ਸਾਂ, ਹੋਰ ਵੀ ਅਖਬਾਰਾਂ ਮੈਂ ਪੜ੍ਹਦਾ ਹੁੰਦਾ ਸਾਰੀਆਂ, ਉਹ ਤੇ ਅਜੇ ਕੋਈ ਪੱਕਾ ਉਹਨਾਂ ਦਾ ਡਿਸੀਜਨ ਨਹੀਂ ਹੈਗਾ। ਕੁਛ ਤਾਂ ਕਹਿੰਦੇ ਲੜੀਏ ਤੇ ਕੁਛ ਕਹਿੰਦੇ ਨਾ ਲੜੀਏ, ਤੇ ਜੇ ਤੇ ਇਕੱਠੇ ਹੋ ਕੇ ਲੜਨ ਫਿਰ ਤਾਂ ਗੱਲ ਠੀਕ ਆ, ਤੇ ਜੇ ਫਿਰ ਆਟੋ ਪਾਰਟੀ ਕੋਈ ਉਹ ਪਾੜ ਜਾਂਦੇ ਆ ਤੇ ਫਿਰ ਤੇ ਮੁਸ਼ਕਲ ਬੜੀ ਹੋ ਜਾਣੀ। ਸਰ ਜਿਹੜਾ ਇਲੈਕਸ਼ਨ ਫੰਡ ਮਿਲਿਆ ਕਿੰਨਾ ਮਿਲਿਆ ਵਾ, ਤੇ ਜਿਹੜਾ ਇਲੈਕਸ਼ਨ ਫੰਡ ਮਿਲਿਆ ਵਾ ਕਿੰਨਾ ਕੁ ਮਿਲਿਆ ਜੀ? ਜਿਹੜਾ ਦਿੱਤਾ ਗਿਆ ਕਿੰਨਾ ਕੁ ਦਿੱਤਾ ਗਿਆ ਜੀ? ਉਹ ਮੈਂ ਵੇਖਿਆ ਨਹੀਂ, ਸਗੋਂ ਵੇਖ ਲਓ ਤੁਸੀਂ ਵੀ ਕਿਤੇ ਖਾਲੀ ਤੇ ਨਹੀਂ ਦੇਤਾ ਹੈ। ਕੋਈ ਪੜ੍ਹਿਆ ਲਿਖਿਆ ਵੇਖਣਾ ਤੇ ਵੇਖ ਲਓ, ਆ ਹੈਗਾ ਦਿੱਤਾ, ਮੈਂ ਇੱਥੇ ਪਾ ਲਿਆ। ਵਿਖਾ ਦਿਓ ਜੀ, ਤੂੰ ਲੱਗੇ ਪੈਸਾ ਲੈ ਕੇ ਕੋਈ ਇਹ ਨਹੀਂ ਕਿ ਮੈਂ ਕਾਨੂੰਨ ਦੇ ਵਿੱਚ ਕੋਈ ਲੱਤਾਂ ਬਾਹਾਂ ਨਹੀਂ ਹਟਾਉਂਦਾ। ਉਹ ਜਦੋਂ ਪਹਿਲਾਂ ਦਾ ਬਣਿਆ ਉਹ ਤੇ ਕਈ ਸਾਲ ਹੋ ਗਏ ਕੇਸ ਬਣੇ, ਉਹਨੂੰ ਉਦੋਂ ਕਿਉਂ ਨਹੀਂ ਫੜਿਆ? ਹੁਣ ਹਾਣ ਕਿ ਹੁਣ 10 ਦਿਨ ਪਹਿਲਾਂ ਕਿਉਂ ਫੜਿਆ, ਕਿਉਂ ਤੇ ਖਿਲਾਫ FIR ਦਰਜ ਕੀਤੀ? ਸਸਪੈਂਡ ਆ ਇਲੈਕਸ਼ਨ ਕਰਕੇ। ਨਹੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ, ਇਹ ਤੇ ਹੁਣ ਪਤਾ ਲੱਗੂ ਨਾ ਜਦੋਂ ਗੱਲ। ਪਰ ਮੇਰਾ ਮਤਲਬ ਤੁਸੀਂ ਮੈਨੂੰ ਦੱਸੋ ਹੁਣ ਕਿਉਂ ਕੀਤਾ? ਹੁਣ ਪਹਿਲਾਂ ਕਰਨਾ ਚਾਹੀਦਾ ਇਹ ਉਹ ਕੰਮ। 4 ਸਾਲ 10 ਮਹੀਨੇ ਨੰਬਰ ਸਾਹਿਬ ਇੱਕ ਨਾ ਅਕਾਲੀ ਦਲ ਲੀਡਰ ਦੀ ਵੀਡੀਓ ਆਡੀਓ ਬੜੀ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਤੇ, ਉਹਦੇ ਬਾਰੇ ਉਹ ਗੱਲਾਂ ਫਿਰ ਉਹਨੇ ਤੇ ਪੁਲਿਸ ਵਾਲੇ ਨੂੰ ਕਿਹਾ ਵੀ ਉਹ ਵੀ ਆਪਣਾ ਬੰਦਾ ਵਾ, ਨਾਲੇ ਕੱਪੜੇ ਚੰਗੇ ਪਾ ਕੇ ਆਏ, ਉਹ ਕਰੀ ਫਲਾ ਕੀ ਕੋਈ ਕੁਝ ਕਹਿ ਰਿਹਾ ਵਾ ਕਿ ਤੁਹਾਡੇ ਵੱਲੋਂ ਉਹਨੂੰ ਕੌਮੀ ਜਰਨਲ ਸਕੱਤਰ ਬਣਵਾਇਆ ਗਿਆ, ਬਾਦਲ ਸਾਹਿਬ ਨੂੰ ਵਿਖਾਵੇ ਉਹਨੂੰ ਆ ਲਿਆ, ਵਿਖਾ ਚਿੱਠੀ, ਕੋਈ ਚਿੱਠੀ ਆਈ ਆ, ਵਿਖਾਵੇ ਕਿਹੜੀ ਕਾਹਦੀ ਵੀਡੀਓ ਲਿਆ, ਵਿਖਾਵੇ। ਉਹ ਮੈਂ ਉਹ ਗੱਲ ਸੁਣੋ, ਮੈਂ ਇਹ ਕਹਾਂ ਮੈਂ ਉਹਨੂੰ ਜਾਣਦਾ ਨਹੀਂ, ਮੈਂ ਉਹਨੂੰ ਜਾਣਦਾ, ਪਰ ਸਾਡੇ ਪਾਰਟੀ ਦਾ ਕੋਈ ਅਹੁਦੇਦਾਰ ਨਹੀਂ ਹੋਏਗਾ। ਮੈਂ ਤੈਨੂੰ ਹੁਣ ਵੀ ਕਹਿਣਾ ਮੰਨਦਾ, ਮੈਨੂੰ ਕੀ ਜੇ ਹੋਵੇ ਤਾਂ ਮੈਂ ਕਹਿ ਜਾ, ਪਰ ਮੈਂ ਤੇ ਵੀ ਕਹਿਤਾ ਵੀ ਜੇ ਹੈਗਾ ਵੀ ਤਾਂ ਵੀ ਇਹਨੂੰ ਕੱਢਿਆ ਪਾਰਟੀ ਦੇ ਵਿੱਚੋਂ, ਕੰਮ ਨਹੀਂ ਪੜ ਗਿਆ। ਦੇਸ਼ ਭਰ ਵਿੱਚ ਵੱਧ ਰਹੀ ਕਰੋਨਾ ਦੀ ਤੀਜੀ ਲਹਿਰ ਓਮਿਕਰੋਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਏ ਗਏ ਲਾਕਡਾਊਨ ਦੀਆਂ ਹਦਾਇਤਾਂ ਨੂੰ ਰੂਪਨਗਰ ਪ੍ਰਸ਼ਾਸਨ ਵੱਲੋਂ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ, ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਦੇ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ, ਕੋਚਿੰਗ ਸੈਂਟਰਾਂ ਆਦਿ ਨੂੰ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਰਾਤ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਨਾਈਟ ਕਰਫਿਊ ਵੀ ਲਾਗੂ ਰਹੇਗਾ। ਮੈਮ ਕਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਗਾਈਡਲਾਈਨਾਂ ਹੈਗੀਆਂ ਤੇ ਰੋਪੜ ਡਿਸਟ੍ਰਿਕਟ ਦੇ ਵਿੱਚ ਕਦੋਂ ਤੋਂ ਲਾਗੂ ਹੈ ਤੇ ਕੀ ਜਿਹੜੀਆਂ ਗਾਈਡਲਾਈਨਾਂ? ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੀ ਕਰੋਨਾ ਨੂੰ ਲੈ ਕੇ ਰੈਸਟ੍ਰਿਕਸ਼ਨ ਲਗਾਈ ਗਈ ਹੈਗੀ ਉਹ ਅੱਜ ਤੋਂ ਹੀ ਲਾਗੂ ਹੋ ਚੁੱਕੀ ਹੈਗੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਸਾਰੇ ਹੀ ਜਿਹੜੇ ਆਪਣੇ ਸਕੂਲੀ ਸੰਸਥਾਨ ਨੇ, ਜਿਹੜੇ ਕੋਚਿੰਗ ਇੰਸਟੀਟਿਊਟਸ ਨੇ, ਉਹਨਾਂ ਨੂੰ ਤਤਕਾਲ ਪ੍ਰਭਾਵ ਤੋਂ ਬੰਦ ਕਰ ਦਿੱਤਾ ਗਿਆ ਹੈਗਾ, ਜਿਸ ਦੇ ਵਿੱਚ ਸਰਕਾਰੀ ਔਰ ਪ੍ਰਾਈਵੇਟ ਦੋਨੋਂ ਸ਼ਾਮਿਲ ਨੇ।
ਇਹਨਾਂ ਨੂੰ। ਲੇਕਿਨ ਹਾਲਾਂਕਿ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ ਤਾਂ ਆਨਲਾਈਨ ਸੁਵਿਧਾ ਦੇਣ ਵਾਸਤੇ ਐਡਵਾਈਸ ਕੀਤਾ ਗਿਆ ਹੈਗਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਕੋਈ ਦਿੱਕਤ ਪੇਸ਼ ਨਾ ਆਏ। ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹ ਆਨਲਾਈਨ ਸੁਵਿਧਾ ਜ਼ਰੂਰ ਬੱਚਿਆਂ ਨੂੰ ਮੁਹੱਈਆ ਕਰਾਈ ਜਾਵੇ। ਇਸ ਤੋਂ ਇਲਾਵਾ ਜਿਹੜੇ ਆਪਣੇ ਸਿਨੇਮਾ ਹਾਲਸ ਹੈਗੇ ਔਰ ਮਾਲਸ ਹੈ, ਇਹਨਾਂ ਨੂੰ ਸਿਰਫ 50% ਆਪਰੇਸ਼ਨ ਤੇ ਖੋਲ੍ਹਿਆ ਜਾਣਾ ਹੈ, ਜਿਸ ਦੇ ਵਿੱਚ ਇਹ ਜ਼ਰੂਰੀ ਹੈ ਕਿ ਜਿਹੜੇ ਉੱਥੇ ਵਿਅਕਤੀ ਆਣਗੇ ਉਹ ਵੈਕਸੀਨੇਸ਼ਨ ਜ਼ਰੂਰ ਉਹਨਾਂ ਦੀ ਲਾਜ਼ਮੀ ਹੋਵੇ। ਇਸ ਤੋਂ ਇਲਾਵਾ ਜਿਹੜੇ ਆਪਣੇ ਜਿੰਨੇ ਵੀ ਹੋਰ ਆਫਿਸਿਸ ਵਗੈਰਾ ਨੇ, ਚਾਹੇ ਸਰਕਾਰੀ ਹੋ ਚਾਹੇ ਪ੍ਰਾਈਵੇਟ ਹੋ, ਉਹਨਾਂ ਦੇ ਵਿੱਚ ਵੀ ਜਿਹੜੇ ਸਟਾਫ ਕੰਮ ਕਰਨ ਵਾਲੇ ਹੈ ਉਹਨਾਂ ਨੂੰ ਵੀ ਡਬਲੀ ਵੈਕਸੀਨੇਟ ਹੋਣਾ ਬਹੁਤ ਲਾਜ਼ਮੀ ਹੈ। ਜਾਂ ਜੇਕਰ ਕੋਈ ਕਿਸੇ ਮੈਡੀਕਲ ਕਾਰਨ ਤੋਂ ਨਹੀਂ ਹੋ ਪਾ ਰਿਹਾ ਤਾਂ ਉਹਨਾਂ ਦੇ ਕੋਲ ਕੋਈ ਮੈਡੀਕਲ ਇਸ ਤਰ੍ਹਾਂ ਦਾ ਸਰਟੀਫਿਕੇਟ ਜ਼ਰੂਰ ਮੌਜੂਦ ਹੋਣਾ ਚਾਹੀਦਾ ਹੈਗਾ। ਔਰ ਅੱਗੇ ਧਿਆਨ ਦੇ ਵਿੱਚ ਦੇਣ ਵਾਲੀ ਗੱਲ ਹੈਗੀ ਕਿ ਸਾਰਿਆਂ ਨੂੰ ਹੀ ਮਾਸਕ ਪਹਿਨਣਾ ਲਾਜ਼ਮੀ, ਵਾਪਸ ਲੋਕਾਂ ਨੂੰ ਧਿਆਨ ਦਿਵਾਇਆ ਜਾ ਰਿਹਾ ਹੈਗਾ ਕਿ ਮਾਸਕ ਪਹਿਨਣਾ ਲਾਜ਼ਮੀ ਹੋ ਚੁੱਕਿਆ ਹੈਗਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਸਾਥ ਹੀ ਜਿਵੇਂ ਕਿ ਨਾਈਟ ਕਰਫਿਊ ਹੁਣ ਰਾਤ 10 ਵਜੇ ਸੇ ਲੈ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦੇ ਵਿੱਚ ਕੋਈ ਵੀ ਢੀਲ ਨਹੀਂ ਦਿੱਤੀ ਗਈ ਹੈਗੀ ਹਫਤੇ ਦੇ 7 ਦਿਨ ਦੇ ਵਿੱਚ। ਬਸ ਇਹ ਸ਼ਹਿਰਾਂ ਦੇ ਵਿੱਚ ਹੁਣ ਅਭੀ ਅੱਜ ਦੇ ਡੇਟ ਤੋਂ ਲਾਗੂ ਹੈ। ਜਿਵੇਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਰੋਪੜ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 6 ਜਿਹੜੇ ਸ਼ਹਿਰੀ ਇਲਾਕੇ ਨੇ, ਜਿਸ ਦੇ ਵਿੱਚ ਰੋਪੜ, ਨੰਗਲ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਚਮਕੌਰ ਸਾਹਿਬ ਤੇ ਮੋਰਿੰਡਾ ਸ਼ਹਿਰ ਸ਼ਾਮਿਲ ਨੇ। ਇਸ ਦੇ ਵਿੱਚ ਰਾਤ 10 ਵਜੇ ਸੇ ਲੈ ਕੇ ਸਵੇਰੇ 5 ਵਜੇ ਤੱਕ ਕੋਈ ਵੀ ਨਾਨ ਐਸੈਂਸ਼ੀਅਲ ਐਕਟੀਵਿਟੀ ਦੀ ਮੂਵਮੈਂਟ ਨਹੀਂ ਹੋਵੇਗੀ। ਹਾਲਾਂਕਿ ਇਸ ਦੇ ਵਿੱਚ ਜਿਹੜੀ ਐਸੈਂਸ਼ੀਅਲ ਐਕਟੀਵਿਟੀ ਦੀ ਮੂਵਮੈਂਟ ਹੈਗੀ, ਜਿਸ ਦੇ ਵਿੱਚ ਐਸੈਂਸ਼ੀਅਲ ਸਰਵਿਸਿਜ਼ ਆਉਂਦੀ ਹੈਗੀ, ਐਸੈਂਸ਼ੀਅਲ ਟਰਾਂਸਪੋਰਟਸ ਵਗੈਰਾ ਦੇ ਨਾਲ ਜਿਹੜੇ ਗੁੱਡਸ ਐਂਡ ਕੈਰੀਅਰ ਦੇ ਨਾਲ ਰਿਲੇਟਡ ਨੇ, ਕੋਈ ਐਮਰਜੈਂਸੀ ਮੈਡੀਕਲ ਸਰਵਿਸ ਹੈਗੀ ਜਾਂ ਕੋਈ ਐਮਰਜੈਂਸੀ ਟਰੈਵਲ ਹੈ, ਉਹ ਜ਼ਰੂਰ ਇਸ ਦੇ ਵਿੱਚ ਅਲਾਉ ਕੀਤਾ ਜਾਵੇਗਾ। तो एक साथ ही इस दे विच सारे जिन्ने भी स्पोर्ट्स कॉम्पलैक्स हैंगे, जिहड़े स्विमिंग पूल ने, जिम वगैरह ने, वो सारे अभी 15 जनवरी तक बंद रखे जाएंगे। इस दे विच ये भी चीज़ हैगी कि इस सिर्फ जिहड़े बच्चे या स्पोर्ट्स पर्सन कोई किसी नैशनल या इंटरनेशनल स्पोर्ट्स इवेंट दे विच अगर भाग लेने जा रहे हैं, उन्होंने ट्रेनिंग वास्ते उन्होंने वास्ते ही सिर्फ ये खुले रखे जाएंगे, बाकी होर ਸਾਰੇ ਖਿਡਾਰੀਆਂ ਵਾਸਤੇ ਇਹ ਬੰਦ ਰਹਿਣਗੇ। ਅੰਮ੍ਰਿਤਸਰ ਵਿੱਚ 22 ਲੱਖ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਇਸ ਮਾਮਲੇ ਵਿੱਚ ਪੀੜਤ ਮਹਾਜਨ ਪਰਿਵਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10,57,000 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਹਾਜਨ ਪਰਿਵਾਰ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਉਹ ਗੱਡੀ ਵਿੱਚ ਜਾ ਰਿਹਾ ਸੀ ਤੇ ਰਾਸਤੇ ਵਿੱਚ ਗਨ ਪੁਆਇੰਟ ਤੇ ਲੁੱਟਪਾਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ, ਜਿਨ੍ਹਾਂ ਵਿੱਚ ਡਰਾਈਵਰ ਵੀ ਹਾਜ਼ਰ ਸੀ ਤੇ ਉਸ ਦੇ ਸਾਥੀਆਂ ਸਮੇਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਹੋਰ ਖੁਲਾਸੇ ਵੀ ਹੋਣੇ ਬਾਕੀ ਹਨ। ਆਪਣੇ ਨਾ ਇੱਕ FIR ਲੌਜ ਹੋਈ ਸੀ ਆਪਣੇ ਮਹਿਤੇ ਥਾਣੇ ਦੇ ਵਿੱਚ 25 ਤਰੀਕ ਨੂੰ ਕਰੀਬ 10:25 ਤੇ ਇੱਕ ਖੋਹ ਹੋਈ ਸੀਗੀ 22 ਲੱਖ ਰੁਪਏ ਦੀ। ਵਿਕਾਸ ਮਹਾਜਨ ਜਿਹੜੇ ਉਹ ਲੈ ਕੇ ਜਾ ਰਹੇ ਸੀ ਪੈਸੇ, ਕੋਈ ਜਲੰਧਰੋਂ ਉਹਨਾਂ ਨੇ ਗੱਡੀ ਲੈਣੀ ਸੀਗੀ ਵਾਇਆ ਬਟਾਲਾ ਹੋ ਕੇ ਤਾਂ ਮਹਿਤਾ ਹੋ ਕੇ ਜਲੰਧਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਖੋਹ ਹੋਈ ਆ, ਬੰਦੇ ਉਹਨਾਂ ਨੂੰ ਪਏ ਨੇ। ਜਦੋਂ ਖੋਹ ਹੋਈ ਆ ਉਸ ਤੋਂ ਬਾਅਦ ਅਸੀਂ FIR ਲੌਜ ਕੀਤੀ, FIR ਨੰਬਰ 115, ਜੁਰਮ ਸੀਗਾ 379B 427 323। ਖੋਹ ਹੋਣ ਤੋਂ ਬਾਅਦ SSP ਸਾਹਿਬ ਨੇ ਇਮੀਡੀਏਟਲੀ ਜਿਹੜੀ ਆ ਟੀਮ ਬਣਾਈ, ਜਿਸ ਮੈਨੂੰ SP ਇਨਵੈਸਟੀਗੇਸ਼ਨ ਦੇ ਨਾਲ DSP ਸੁਰਿੰਦਰ ਜੀ ਆਪਣੇ ਇਹਨਾਂ ਨੂੰ ਨਾਲ ਲਾਇਆ, ਮੈਂ ਤੇ SHO ਸਾਹਿਬ ਨੂੰ ਨਾਲ ਲਾ ਕੇ ਤੇ ਅਸੀਂ ਘੱਟ ਤੋਂ ਘੱਟ 10 ਟੀਮਾਂ ਜਿਹੜੀਆਂ ਉਹ ਤਿਆਰ ਕੀਤੀਆਂ ਨੇ ਤੇ ਸਾਈਬਰ ਸੈੱਲ ਦੀ ਵੀ ਅਸੀਂ ਇਸ ਦੇ ਵਿੱਚ ਮਦਦ ਲਈ ਹੈ। ਜਦੋਂ ਅਸੀਂ ਇਸ ਇਨਵੈਸਟੀਗੇਸ਼ਨ ਕਰ ਰਹੇ ਸੀ ਤੇ ਸਾਨੂੰ ਪਤਾ ਲੱਗਾ ਕਿ ਜਿਹੜਾ ਡਰਾਈਵਰ ਹੈ ਰਵਿੰਦਰ ਸਿੰਘ ਕਾਲਾ, ਜੋ ਕਿ ਉਹ ਗੱਡੀ ਚਲਾ ਰਿਹਾ ਸੀ ਜਿਸ ਗੱਡੀ 'ਚ ਖੋਹ ਹੋਈ ਸੀਗੀ, ਇਹਨਾਂ ਦੀ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਦੇ ਡਿਪਟੀ ਸਾਹਿਬ SHO ਸਾਹਿਬ ਸਾਈਬਰ ਸੈੱਲ ਦੇ ਥਰੂ ਜਦੋਂ ਅਸੀਂ ਇਹਨਾਂ ਦੇ ਕੋਲ ਸਾਰੇ ਉੱਥੇ ਦੇ ਫੁਟੇਜ ਮਤਲਬ ਜਿਤਨੇ ਕੈਮਰੇ ਲੱਗੇ ਸੀ ਉਹ ਸਾਰੇ ਖੰਗਾਲੇ ਨੇ। ਫਿਰ ਸਾਡੀ ਇਨਵੈਸਟੀਗੇਸ਼ਨ 'ਚ ਰਵਿੰਦਰ ਸਿੰਘ ਕਾਲਾ ਜਿਹੜਾ ਹੈਗਾ ਇਹਦਾ ષਡਯੰਤਰ ਤੇ ਇਹਦੇ ਨਾਲ ਜਿਹੜੇ ਨਾ ਬੰਦਿਆਂ ਨੇ ਰਚਿਆ ਸੀਗਾ। ਇਹਨਾਂ ਨੂੰ ਪਤਾ ਸੀਗਾ ਕਿ ਇਹ ਅੱਜ ਪੈਸੇ ਲੈ ਕੇ ਇਹਨਾਂ ਨੇ ਜਾਣਾ ਤੇ ਇਹਨਾਂ ਨੇ ਉਹਨਾਂ ਨਾਲ ਟਾਈ ਅਪ ਕਰਕੇ ਪਹਿਲਾਂ ਰੈਕੀ ਕੀਤੀ ਉਹਨਾਂ ਬੰਦਿਆਂ ਨੇ। ਉਹ ਗੱਡੀ ਵੀ ਅਸੀਂ ਰਿਕਵਰ ਕਰ ਲਈ ਆ ਕਲਾਨੌਰ ਥਾਣੇ ਦੇ ਵਿੱਚ
ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੀ ਡੇਲੀ ਡਾਇਰੈਕਸ਼ਨ ਆਣੀ ਇਸ ਚੀਜ਼ ਦੇ ਪੱਖ ਤੇ ਦੇਖੋ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੂੰ ਲਿਖ ਕੇ ਭੇਜਿਆ ਹੋਇਆ ਸੀ ਕਿ ਆਹ ਬੰਦਿਆਂ ਨੇ ਜਿਹੜੀ ਆ ਖੋਹ ਕੀਤੀ ਆ ਤੇ ਇਹਨਾਂ ਨੂੰ ਜਿੱਥੇ ਵੀ ਇਹ ਫੜੇ ਜਾਣ। ਤੇ ਫਿਰ ਸਾਨੂੰ ਪਤਾ ਲੱਗਿਆ ਜਦੋਂ ਕਾਲੇ ਦੀ ਪੁੱਛਗਿੱਛ ਦੇ ਵਿੱਚ ਵੀ ਆਹ ਬੰਦੇ ਸਾਡੇ ਸੀਗੇ। ਇੱਕ ਸੀਗਾ ਨਿਰਮਲ ਸਿੰਘ, ਸੁਖਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਇੱਕ ਬੰਦਾ ਹੋਰ ਆ। ਅੱਜ ਅਸੀਂ ਇਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਾਂਗੇ, ਉੱਥੇ ਰਿਮਾਂਡ ਲਵਾਂਗੇ। ਜਿਹੜੇ ਬੰਦੇ ਹੋਰ ਵੀ ਹੋਣਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਪੁੱਛਗਿੱਛ ਕਰਾਂਗੇ। ਹੁਣ ਕਲਾਨੌਰ ਜਿਹੜੇ ਬੰਦੇ ਫੜੇ ਗਏ ਆ, ਸਾਡੇ ਹੀ ਅਫਸਰਾਂ ਦੇ ਡੀਐਸਪੀ ਸਾਹਿਬ ਨੇ, ਐਸਐਚਓ ਸਾਹਿਬ ਨੇ ਉੱਥੇ ਦੇ ਐਸਐਚਓ ਕਲਾਨੌਰ ਨੂੰ ਕਿਹਾ ਸੀਗਾ ਕਿ ਤੁਹਾਡੇ ਏਰੀਏ 'ਚ ਜਿਹੜੇ ਆ ਬੰਦੇ ਘੁੰਮ ਰਹੇ, ਤੇ ਉਹਨਾਂ ਨੇ ਰਾਉਂਡ ਅਪ ਕਰਕੇ ਉੱਥੇ ਵੀ ਇੱਕ FIR ਜਿਹੜੀ ਆ ਉਹਨਾਂ ਤੇ ਦਰਜ ਕਰ ਲਈ ਆ। ਤੇ ਉੱਥੇ ਉਹਨਾਂ ਨੇ ਰਿਕਵਰੀ ਕੀਤੀ ਆ 10,57,000 ਇਹ ਕਲਾਨੌਰ ਥਾਣੇ 'ਚ। ਤੇ ਹਾਲੀ ਹੋਰ ਰਿਕਵਰੀ ਕਰਨਾ ਵੀ ਬਾਕੀ ਆ। ਤੇ ਹੁਣ ਉਹ ਜਿਹੜੇ ਬੰਦੇ ਹੈਗੇ ਅਸੀਂ ਪੁਲਿਸ ਪ੍ਰੋਟੈਕਸ਼ਨ ਵਾਰੰਟ ਤੇ ਉਹਨਾਂ ਨੂੰ ਲੈ ਕੇ ਆਵਾਂਗੇ, ਫਿਰ ਉਹਨਾਂ ਨਾਲ ਪੁੱਛਗਿੱਛ ਕਰਾਂਗੇ। ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਅੱਜ ਮਾਨਸਾ ਦੀ ਅਨਾਜ ਮੰਡੀ ਵਿੱਚ ਕਿਸਾਨੀ ਜਿੱਤ ਨੂੰ ਸਮਰਪਿਤ ਸ਼ਹੀਦ ਹੋਏ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਹੋਏ। ਇਸ ਖਾਸ ਮੌਕੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਹਾਜ਼ਰ ਸਨ ਤੇ ਉਹਨਾਂ ਦੇ ਪਰਿਵਾਰਾਂ ਨੂੰ 21,000 ਦੀ ਰਾਸ਼ੀ ਵੀ ਭੇਂਟ ਕੀਤੀ ਗਈ। ਤੁਹਾਨੂੰ ਵੀ ਪਤਾ, ਤੁਸੀਂ ਵੀ ਉੱਥੇ ਜਾ ਕੇ ਆਏ ਹੋ। ਮੂਸੇ ਪਿੰਡ 'ਚ 2 ਬੱਸਾਂ ਆ ਰਹੀਆਂ ਸੀ, ਉਹਨਾਂ ਨੇ ਚਲੋ ਉਹਦੀ ਸੋਚ ਆ ਸਿੱਧੂ ਸਾਹਿਬ ਦੀ, ਉਹਨਾਂ ਨੇ ਆਪਣੀ ਸੋਚ ਅਪਣਾਈ, ਪਰ ਮੈਂ ਕਹਿੰਦਾ ਨਹੀਂ ਹੋਣਾ ਚਾਹੀਦਾ। ਮੇਰੇ ਪਿੰਡੋਂ ਜੇ ਕੋਈ ਸਿੱਧੂ ਮੂਸੇਵਾਲੇ ਦੀ ਬੱਸ ਭਰਦਾ, ਮੈਂ ਕਿਉਂ ਰੋਕਾਂ, ਕਿਉਂ ਵਿਰੋਧ ਕਰਾਂ। ਦੂਸਰੀ ਗੱਲ, ਪਾਰਟੀ ਨੂੰ ਜੇ ਆਪਾਂ ਆਪ ਮਾਰਾਂਗੇ, ਕਮਜ਼ੋਰ ਕਰਾਂਗੇ, ਉਹ ਵੱਖ-ਵੱਖ ਪਿੰਡਾਂ 'ਚ ਪ੍ਰੋਗਰਾਮ ਕਰਾਉਂਦੇ ਨੇ, ਮੈਂ ਤਾਂ ਕਦੇ ਨਹੀਂ ਰੋਕਿਆ। ਉਹਨਾਂ ਦੀ ਸੋਚ ਆ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪਿਆ। ਜੇ 2 ਬੱਸਾਂ ਰੁਕ ਗਈਆਂ, ਪਰ ਮੈਂ 5000 ਕੁਰਸੀ ਲਵਾਈ ਸੀ, ਠੀਕ ਹੈ, ਕੁਰਸੀ ਭਰ ਕੇ ਆਸੇ-ਪਾਸੇ ਲੋਕ ਖੜੇ ਸੀ, 10,000 ਬੰਦੇ ਦਾ ਇਕੱਠ ਸੀਗਾ, ਤੇ ਉਹ ਕਿੱਥੋਂ ਆ ਗਿਆ। ਕਿਹਨੂੰ ਰੋਕਣਗੇ, ਨਹੀਂ ਰੋਕ ਸਕਦੇ। ਗੱਲ ਇਹ ਆ ਕਿ ਕਾਂਗਰਸ ਪਾਰਟੀ ਦਾ ਕੁੱਕਰ ਕੌਣ ਆ, ਸਾਡੇ ਰਾਹੁਲ ਗਾਂਧੀ ਦੀ ਸੋਚ ਤੇ ਕੌਣ ਚੱਲਦਾ, ਪਾਰਟੀ ਲਈ ਅਸੀਂ ਕੀ ਕੀਤਾ, ਪਾਰਟੀ ਨੂੰ ਅਸੀਂ ਕਿੰਨਾ ਸਮਾਂ ਦਿੱਤਾ, ਅਸੀਂ ਲੋਕਾਂ ਲਈ ਕੀ ਕੀਤਾ, ਅਸੀਂ ਉਹ ਬੇਰੁਜ਼ਗਾਰ ਲੋਕਾਂ ਦੀ ਆਵਾਜ਼ ਬਣੇ, ਅਸੀਂ ਕਰੋਨਾ ਕਿਸਾਨੀ 'ਚ ਆਵਾਜ਼ ਬਣੇ, ਅਸੀਂ ਜਿਹੜੀ ਸਾਡੀ ਸੋਚ ਆ, ਵਿਚਾਰਧਾਰਾ ਉੱਤੇ ਲੜੇ। ਸੋ ਜਿਹੜਾ ਬੰਦਾ ਉੱਤੇ ਲੜਦਾ ਉਹਨੂੰ ਟਿਕਟ ਵੀ ਮਿਲਦੀ ਆ, ਮਾਨ ਸਨਮਾਨ ਵੀ ਮਿਲਦਾ। ਜੇ ਮੈਨੂੰ ਟਿਕਟ ਨਾ ਮਿਲੀ, ਮੈਂ ਕਹਿ ਚੁੱਕਿਆ, ਕੋਈ ਗਿਲਾ ਨਹੀਂ, ਮੈਨੂੰ ਪਾਰਟੀ ਨੇ ਬਹੁਤ ਪਿਆਰ ਦਿੱਤਾ। ਹਾਂ, ਸਿੱਧੂ ਮੂਸੇਵਾਲੇ ਨਾਲ ਮੇਰਾ ਕੋਈ ਕੰਪਰੋਮਾਈਜ਼ ਨਹੀਂ, ਇਹ ਮੈਂ ਸਪਸ਼ਟ ਕਹਿਣਾ, ਕਿਉਂਕਿ ਮੈਂ ਪਾਰਟੀ ਦਾ ਨਾ ਅੱਜ ਵਿਰੋਧ ਕਰਾਂ ਕੱਲ੍ਹ, ਨਾ ਮੇਰੀ ਔਕਾਤ ਆ। ਮੈਂ ਸਿੱਧੂ ਮੂਸੇਵਾਲੇ ਦਾ ਵਿਰੋਧ ਆ। ਪਾਰਟੀ ਸਰਪੰਚ ਨੂੰ ਟਿਕਟ ਦੇ ਦੇ, ਪਾਰਟੀ MC ਨੂੰ ਟਿਕਟ ਦੇ ਦੇ, ਜਸਪਿੰਦਰ ਨਾਲ ਕਰੋ, ਇਹ ਸੁਣਨ ਨਾਲ ਵਾਦਾ, ਲੋਕਾਂ ਨਾਲ ਵਾਦਾ। ਦੇਖੋ, ਅਗਰ ਸੀਟ ਜਿੱਤਣੀ ਆ ਤੇ ਸਾਨੂੰ ਇਹ ਪਿਛਲੀ ਵਾਰ ਵੀ ਨਹੀਂ ਸੀਟ ਜਿੱਤੀ ਗਈ, ਠੀਕ ਆ। ਹਾਲੇ ਕਿ ਪਾਰਟੀ ਦੀ ਇੱਕ ਬੜੀ ਵਧੀਆ ਸੋਚ ਸੀਗੀ ਪਿਛਲੀ ਵਾਰ ਵੀ, ਔਰ ਕਿਤੇ ਨਾ ਕਿਤੇ ਉਦੋਂ ਆਮ ਆਦਮੀ ਦਾ ਇੱਕ ਲੋਕਾਂ ਨੂੰ ਬੁਖਾਰ ਚੜ੍ਹਿਆ, ਔਰ ਅੰਤ ਵਿੱਚ ਜੋ ਹੋਇਆ ਆਪਾਂ ਸਾਰਿਆਂ ਨੇ ਵੇਖਿਆ। ਐਤਕੀ ਵੀ ਇਲੈਕਸ਼ਨ ਜਿੱਤਣਾ ਔਰ ਉਸ ਤੋਂ ਬਾਅਦ ਉਹ 5 ਸਾਲ ਹੰਡਾਉਣਾ, ਇਹ ਬਹੁਤ ਜ਼ਰੂਰੀ ਆ। ਜਸਪਿੰਦਰ ਨੇ ਬਹੁਤ ਕੰਮ ਕੀਤਾ, ਨੌਜਵਾਨ ਨੇ ਯੂਥ ਕਾਂਗਰਸ ਦੇ ਵਿੱਚ ਇਹੋ ਹੀ ਕੰਮ ਕਰ ਸਕਦੇ ਹੁੰਦੇ, ਕਿਉਂਕਿ ਸਾਨੂੰ ਕਿਹੜਾ ਨੌਜਵਾਨਾਂ ਨੂੰ ਗਰਾਂਟਾਂ ਦੇਣ ਨੂੰ ਹੁੰਦੀ ਆ ਜਾਂ ਇਹਨਾਂ ਕੋਲ ਸਰਕਾਰੀ ਪ੍ਰਜਾਤੰਤਰ ਹੁੰਦਾ। ਇਹ ਤਾਂ ਪਾਰਟੀ ਵਿੱਚ ਇਹਨੇ ਬਹੁਤ ਕੰਮ ਕੀਤਾ, ਬਹੁਤ ਕਾਬਲੇ ਤਾਰੀਫ ਬੰਦਾ ਵਾ, ਬਹੁਤ ਮਿਹਨਤੀ ਆ। ਔਰ ਇਹੋ ਜਿਹੇ ਮੁੰਡੇ ਅਗਰ ਅਸੀਂ ਪਾਰਟੀ ਦੇ ਵਿੱਚ ਟਿਕਟਾਂ ਦੇ ਕੇ ਅੱਗੇ ਲੈ ਕੇ ਆਵਾਂਗੇ ਤਾਂ ਕਿਤੇ ਨਾ ਕਿਤੇ ਯੂਥ ਕਾਂਗਰਸ ਦਾ ਹੌਸਲਾ ਬਣੂਗਾ, ਔਰ ਇੱਕ ਨਵਾਂ ਇਹੋ ਜਿਹੀ ਜਨਰੇਸ਼ਨ ਤਿਆਰ ਕਰੂਗੀ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਾਂਗਰਸ ਆ, ਜਿਹੜੇ ਕਾਂਗਰਸ ਲਈ ਮਰ ਮਿਟ ਜਾਣਗੇ, ਔਰ ਜਿਹੜੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ। ਕਾਂਗਰਸ ਦੇ ਵਿੱਚ ਜਦ ਤੱਕ ਲਿਸਟ ਨਾ ਆ ਜੇ, ਉਦੋਂ ਤੱਕ ਸਾਰਿਆਂ ਦੀ ਟਿਕਟਾਂ ਪੱਕੀਆਂ ਹੁੰਦੀਆਂ, ਔਰ ਉਦੋਂ ਤੱਕ ਕਿਸੇ ਨਾ ਕਿਸੇ ਦੀ ਟਿਕਟ ਕੱਟੀਆਂ ਜਾਂਦੀਆਂ, ਕਿਸੇ ਦੀ ਬਣ ਜਾਂਦੀਆਂ। ਲੇਕਿਨ ਜਦੋਂ ਲਿਸਟ ਆਊਗੀ, ਜਦ ਤੱਕ ਉਹ ਨਾ ਆ ਜੇ, ਉਸ ਤੋਂ ਪਹਿਲਾਂ ਨਾ ਮੈਂ ਕਹਿ ਸਕਦਾ ਮੇਰੀ ਟਿਕਟ ਪੱਕੀ ਆ, ਨਾ ਚੰਨੀ ਸਾਹਿਬ ਕਹਿ ਸਕਦੇ, ਨਾ ਸਿੱਧੂ ਸਾਹਿਬ ਕਹਿ ਸਕਦੇ। ਇਹਦਾ ਸਮਾਂ ਹੀ ਦੱਸੂਗਾ ਵੀ ਟਿਕਟ ਕਿਹਦੀ ਪੱਕੀ। ਕਈ ਥਾਂ ਤੇ 4-4 ਵੀ ਹੋ ਗਈਆਂ, ਕਈ ਥਾਂ ਤੇ 5-5 ਵੀ ਹੋ ਗਈਆਂ। ਸੋ ਇਹਦਾ ਰਾਜਨੀਤੀ ਦਾ ਇੱਕ ਹਿੱਸਾ ਵਾ। ਸੋ ਸਾਡੀ ਇਹ ਬੇਨਤੀ ਆ, ਤਾਂ ਹੀ ਹਾਈ ਕਮਾਂਡ ਨੂੰ ਇਹ ਬੇਨਤੀ ਕਰਦੇ ਆ ਵੀ ਥੱਲੇ ਕੁੰਡੀਆਂ ਦੇ ਸਿੰਘ ਨਾ ਫਸਾਓ, ਥੱਲੇ ਨੌਜਵਾਨਾਂ ਦੀ ਆਪਸ 'ਚ ਭਿੜਤ ਨਾ ਕਰਾਓ। ਤੁਸੀਂ ਬਹਿ ਕੇ ਹਰੇਕ ਨੂੰ ਬੁਲਾ ਕੇ, ਅਗਰ ਕਿਤੇ ਤੁਹਾਨੂੰ ਇਹ ਪ੍ਰੋਬਲਮ ਲੱਗਦੀ ਆ, ਰੈਲੀਆਂ ਦੀ ਬਜਾਏ ਇਹ ਗੱਲਾਂ ਬੰਦ ਕਮਰਿਆਂ ਦੇ ਵਿੱਚ ਨਿਬੜ ਜਾਣ ਤੇ ਬਹੁਤ ਵਧੀਆ ਵਾ। ਨਹੀਂ ਤਾਂ ਇਹਦਾ ਜਲੂਸ ਔਰ ਖਲਾਰਾ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਕਰੂ। ਸ਼ਹਿਰ ਪੱਟੀ 'ਚ ਦਾਣਾ ਮੰਡੀ ਸਾਹਮਣੇ ਬੜੌਦਾ ਬੈਂਕ ਦੀ ਬ੍ਰਾਂਚ ਵਿੱਚ ਅੱਜ ਦੁਪਹਿਰੇ 2 ਵਜੇ ਤੇ 4 ਹਥਿਆਰਬੰਦ ਨੌਜਵਾਨਾਂ ਨੇ ਡਾਕਾ ਮਾਰਦਿਆਂ ਹੋਇਆ ਕੈਸ਼ੀਅਰ ਤੋਂ ਨਕਦੀ ਅਤੇ ਗਨਮੈਨ ਤੋਂ ਰਾਈਫਲ ਖੋਹੀ ਤੇ ਫਰਾਰ ਹੋ ਗਏ। ਬੈਂਕ ਮੈਨੇਜਰ ਕਮਲਦੀਪ ਅਤੇ ਗਨਮੈਨ ਗੁਰਸਾਹਿਬ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ 4 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਨੇ
ਉਹਨਾਂ ਬ੍ਰਾਂਚ ਦੇ ਅੰਦਰ ਦਾਖਲ ਹੁੰਦਿਆਂ ਸਾਰ ਹੀ ਗਨਮੈਨ ਤੇ ਰਾਈਫਲ ਖੋਈ ਤੇ ਕੈਸ਼ੀਅਰ ਤੋਂ ਨਕਦੀ ਤੇ ਸੀਸੀਟੀਵੀ ਦਾ ਡੀਵੀਆਰ ਵੀ ਲੈ ਕੇ ਫਰਾਰ ਹੋ ਗਏ। ਸਰ ਕੀ ਨਾਂ ਜੀ ਤੁਹਾਡਾ? ਗੁਰਪ੍ਰੀਤ ਸਿੰਘ ਆ ਜੀ। ਕੀ ਸਰ ਮਾਮਲਾ ਜਿਹੜਾ ਬੈਂਕ ਬੜੌਦਾ ਦੇ ਵਿੱਚ ਕਹਿੰਦੇ ਕਿ ਲੁੱਟ ਹੋਈ ਆ? ਹਾਂਜੀ ਸਰ 2 ਵਜੇ ਦੀ ਗੱਲ ਹੈ ਜੀ। 4 ਆਪਣੇ ਨਕਾਬਪੋਸ਼ ਬੰਦੇ ਆਏ ਨੇ, ਗਨ ਪੁਆਇੰਟ ਲੈ ਕੇ ਸਾਰਿਆਂ ਨੂੰ ਆਪਦੇ, ਉਹਨਾਂ ਨੇ ਕੈਸ਼ ਲੁੱਟਣ ਦੀ ਕੋਸ਼ਿਸ਼, ਕੈਸ਼ ਲੁੱਟ ਕੇ ਲੈ ਗਏ ਜੀ। ਤੁਹਾਡੀ ਬਤੌਰ ਕੀ ਡਿਊਟੀ? ਮੈਂ ਕੈਸ਼ੀਅਰ ਹਾਂ ਜੀ ਇੱਥੇ। ਠੀਕ ਹੈ, ਕਿੰਨੀ ਤੁਹਾਡੇ ਵੱਲੋਂ ਅੰਦਾਜ਼ਨ ਕਿੰਨੀ ਸਰ ਜਿਹੜੀ ਅੰਦਾਜ਼ਨ ਨਹੀਂ ਅਜੇ, ਕਿਉਂਕਿ ਇਹ ਪੂਰਾ ਕੈਲਕੂਲੇਟ ਕੀਤਾ ਨਹੀਂ ਗਿਆ, ਲੇਕਿਨ ਅੰਦਾਜ਼ਨ 10 ਲੱਖ ਰੁਪਇਆ ਕੈਸ਼ ਲੈ ਗਏ ਨੇ ਜੀ ਉਹ। ਹੁਣ ਇਸ ਵਕਤ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚ ਗਿਆ? ਹਾਂਜੀ ਪੁਲਿਸ ਪ੍ਰਸ਼ਾਸਨ ਸਾਰਾ ਆਏ ਹੈ ਜੀ, ਕਾਰਵਾਈ ਕਰ ਰਹੇ ਨੇ ਜੀ। ਹਾਂਜੀ ਹਾਂਜੀ ਤਫਤੀਸ਼ ਕਰ ਰਹੇ ਨੇ ਉਹ, ਆਪਣੇ ਸਾਰੇ ਅਲਰਟ ਕੀਤਾ ਹੈ ਉਹਨਾਂ ਨੇ, ਔਰ ਇਸ ਟਾਈਮ ਵੀ ਤਫਤੀਸ਼ ਚੱਲ ਰਹੀ ਹੈ ਜੀ ਉਹ। ਜੀ ਕੀ ਨਾਂ ਜੀ ਤੁਹਾਡਾ? ਸਰ ਗੁਰਸਾਹਿਬ ਸਿੰਘ ਜੀ, ਤੁਹਾਡੀ ਕੀ ਹੈ ਜੀ ਡਿਊਟੀ ਕੀ ਬੈਂਕ ਦੇ ਵਿੱਚ ਬੈਂਕ ਹੈਗੀ? ਬੜੌਦਾ ਦਾ ਗਨਮੈਨ ਆ ਜੀ। ਕੀ ਗੱਲਬਾਤ ਹੋਈ ਇੱਥੇ? ਗੱਲਬਾਤ ਸਰ 2 ਜਣੇ ਮਾਸਕ ਲਾਇਆ ਅੰਦਰ ਆਇਆ ਤੇ ਤੀਜਾ ਜਿਹੜਾ ਸੀ ਨਾ ਉਹਨੇ ਮਫਰਲ ਬੰਨਿਆ ਸੀ, 2 ਜਣੇ ਵੋਚਰ ਭਾਂਡੇ ਸੀ ਪਹਿਲਾਂ, ਤੀਜਾ ਜਿਹੜੀ ਬਾਅਦ ਚ ਆਇਆ ਉਹਨੇ ਮਫਰਲ ਲਾਇਆ ਸੀ ਤੇ ਉਹਨੂੰ ਮੈਂ ਕਿਹਾ ਸਰ ਸ਼ੀਸ਼ਾ ਗੇਟ ਬੰਦ ਕਰਕੇ, ਮੈਂ ਸਰ ਮਫਰਲ ਥੱਲੇ ਕਰੋ, ਉਹਨੇ ਮਫਰਲ ਥੱਲੇ ਕੀਤਾ। ਮੈਨੂੰ ਕਿਹਾ ਮੈਂ ਸਰ ਚੰਗੀ ਤਰ੍ਹਾਂ ਕਰੋ, ਚੰਗੀ ਤਰ੍ਹਾਂ ਨੇ ਫਿਰ ਕਰਕੇ ਫਿਰ ਤਾਂ ਕਰ ਲਿਆ। ਉਦੋਂ ਮਗਰੋਂ ਜਦੋਂ ਅੰਦਰ ਆਇਆ, ਸ਼ੀਸ਼ਾ ਗੇਟ ਖੋਲ੍ਹਿਆ, ਅੰਦਰ ਆਇਆ, ਆਉਂਦੇ ਸਾਰੇ ਉਹਨੇ ਰਫਲ ਫੜੀ, ਦੂਜਾ ਨਾਲ ਹੀ ਆਇਆ, ਉਹਨੇ ਪਿਸਟਲ ਕੱਢਿਆ, ਕਹਿੰਦਾ ਗੋਲੀ ਮਾਰ ਤੂੰ ਭੈਣ ਚ ਰਫਲ ਫੜਦੇ ਗੋਲੀ ਨਾਲ, ਉਹਦੇ ਮੈਂ ਗਲ 'ਚ ਹੱਥ ਲਾਇਆ, ਓਏ ਐਂ ਕੀਤਾ ਉਹਨੂੰ, ਹੁਣ ਚਲੋ ਰਫਲ ਗੋਲੀ ਮੇਰੀ। ਕਿੰਨੀ ਸਾਰੀ ਰਕਮ ਦੀ ਜਿਹੜੀ ਫਰੌਤੀ ਹੋਈ? ਸਰ ਇਹਦੇ ਬਾਰੇ ਕਲੀਅਰ ਨਹੀਂ ਕੋਈ ਜੀ। ਕਿੰਨੇ ਜਣੇ ਸੀ ਤੇ ਕੌਣ ਕੌਣ ਕੁਛ ਚਿਹਰੇ ਪਛਾਣਦੇ ਹੋ ਤੁਸੀਂ? ਪਛਾਣ ਦੇ ਵਿੱਚ ਨਹੀਂ ਆ ਰਹੇ ਸਰ ਕੋਈ ਵੀ। 4 ਜਣੇ, ਚੌਂਕਲੇ ਪਿਸਟਲ। ਠੀਕ ਹੈ। ਹਾਂਜੀ ਸਰ, ਇੱਥੇ ਬੜੌਦਾ ਬੈਂਕ 'ਚ ਜਿਹੜੀ ਵਾਰਦਾਤ ਦਿੱਤੀ ਗਈ ਆ ਕੈਸ਼ ਨੂੰ ਲੁੱਟਣ ਦੀ, ਤੇ ਕੀ ਇਹਦੇ ਸੰਬੰਧੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਬਸ ਜੀ ਕਾਰਵਾਈ ਕਰਨ ਡਿਆ ਜੀ ਅਸੀਂ ਇਸ ਸੰਬੰਧੀ ਜੋ ਵੀ ਬੈਂਕ ਵਾਲੇ ਸਾਨੂੰ ਲਿਖਤੀ ਸਟੇਟਮੈਂਟ ਦੇਣਗੇ ਉਸ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਹੁੰਦੀ ਰਹੇਗੀ। ਹੁਣ ਤੱਕ ਸਰ ਕਿੰਨੇ ਕੈਮਰਿਆਂ ਦੀ ਜਿਹੜੇ ਚੈੱਕ ਸਾਰੇ ਵੱਖਰੀ ਵੱਖਰੀ ਟੀਮਾਂ ਥਾਣੇ ਵੱਲੋਂ ਗਈਆਂ, ਸੀਆਈਏ ਸਟਾਫ ਆਇਆ ਵਾ, ਥਾਣੇ ਵੱਲੋਂ ਆਈਆਂ ਵਾ, ਹੋਰ ਵੀ ਸਾਡੇ ਸਾਰਾ ਸਬ ਡਿਵੀਜ਼ਨ ਦੇ ਸਾਰੇ ਜ਼ਿਲ੍ਹੇ ਦੇ ਵੱਲੋਂ ਅਸੀਂ ਸਾਰੇ ਚੈੱਕ ਕਰ ਰਹੇ ਹਾਂ। ਕਰੀਬ ਕਿੰਨੇ ਰਕਮ ਦੀ ਜਿਹੜੀ ਲੁੱਟ ਹੋਈ ਸਰ? ਅਜੇ ਤੱਕ ਉਹਨਾਂ ਸਾਨੂੰ ਕੋਈ ਲਿਖਤੀ ਨਹੀਂ ਦਿੱਤਾ, ਲਿਖਤੀ ਦੇਣਗੇ ਤੇ ਅਸੀਂ ਵੇਖ ਲਵਾਂਗੇ। ਠੀਕ ਹੈ ਜੀ। ਪੰਜਾਬ ਸਰਕਾਰ ਨੇ ਕਰੋਨਾ ਦੇ ਨਵੇਂ ਵੇਰੀਐਂਟ ਦਾ ਫੈਲਾਣ ਰੋਕਣ ਲਈ ਸਖਤ ਫੈਸਲਾ ਲਿਆ ਹੈ। ਸਰਕਾਰ ਨੇ ਸੂਬੇ ਵਿੱਚ ਸਕੂਲ ਤੇ ਕਾਲਜਾਂ ਨੂੰ ਬੰਦ ਕਰਨ ਅਤੇ ਰਾਤ 10 ਵਜੇ ਤੋਂ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਵਿਦਿਅਕ ਅਦਾਰੇ 15 ਜਨਵਰੀ ਤੱਕ ਬੰਦ ਰਹਿਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਗ੍ਰਹਿ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਹਨ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਵਿਅਕਤੀਆਂ ਲਈ ਕੰਮ ਵਾਲੀਆਂ ਥਾਵਾਂ ਸਮੇਤ ਜਨਤਕ ਥਾਵਾਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਹ ਪਿਛਲੇ 3 ਦਿਨਾਂ ਤੋਂ ਆਪਣੇ ਕੇਸਿਸ ਔਨ ਰਾਈਜ਼ ਹੈਗੇ ਨੇ। ਇੱਕ ਦਿਨ 19, ਕੱਲ 20 ਔਰ ਅੱਜ ਫਿਰ ਐਕਸਪੈਕਟਡ ਨੇ। ਸੋ ਪੂਰੇ ਜੋ ਸੂਬੇ ਦੇ ਵਿੱਚ ਔਰ ਬਾਕੀ ਸਾਰਾ ਸੀ ਅੰਮ੍ਰਿਤਸਰ ਦੇ ਵਿੱਚ ਵੀ ਉਸੇ ਪੈਟਰਨ ਤੇ ਨੰਬਰ ਆਫ ਕੇਸਿਸ ਇੱਕਦਮ ਵਧਣੇ ਸ਼ੁਰੂ ਹੋ ਗਏ ਨੇ। ਉਹਦੇ ਵਿੱਚ ਸਾਡੇ ਵੱਲੋਂ ਦੁਬਾਰਾ ਤੋਂ ਕੁਝ ਰਿਸਟ੍ਰਿਕਸ਼ਨਸ ਗਵਰਨਮੈਂਟ ਵੱਲੋਂ ਲਗਾ ਦਿੱਤੀਆਂ ਗਈਆਂ ਨੇ ਔਰ ਉਹ ਰਿਸਟ੍ਰਿਕਸ਼ਨਸ ਕੀ ਨੇ, ਇੱਕ ਤੇ ਉਹ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਨੇ। ਦੂਸਰਾ, ਅਸੀਂ ਫਿਰ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਜਿਹੜੀ ਚੀਜ਼ ਤੋਂ ਆਪਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਬਿਲਕੁਲ ਕੋਵਿਡ ਖਤਮ ਹੋ ਗਿਆ ਹੈ, ਪਤਾ ਸਾਰਿਆਂ ਨੂੰ ਸੀ ਕਿ ਕੋਵਿਡ ਆਲੇ ਦੁਆਲੇ ਹੈਗਾ ਹੈ, ਲੇਕਿਨ ਫਿਰ ਵੀ ਆਪਾਂ ਅਵੇਸਲੇ ਹੋ ਗਏ ਸੀ ਵੀ ਸ਼ਾਇਦ ਆਪਾਂ 3rd ਵੇਵ ਨਾ ਹੀ ਆਵੇ। ਲੇਕਿਨ ਜੋ ਆਪਾਂ ਦੇਖ ਰਹੇ ਹਾਂ ਕਿ ਵੀ ਹੈਵ ਐਂਟਰਡ ਦਾ 3rd ਵੇਵ, ਸੋ ਪ੍ਰੀਕਾਸ਼ਨਸ ਆਪਾਂ ਨੂੰ ਇਮੀਡੀਏਟਲੀ ਹੁਣ ਦੁਬਾਰਾ ਲੈਣੇ ਪੈਣੇ ਨੇ। ਸੋ ਜਿਹੜੀਆਂ ਡਾਇਰੈਕਸ਼ਨਸ ਇਮੀਡੀਏਟ ਇਫੈਕਟ ਤੋਂ ਇਸ਼ੂ ਹੋ ਚੁੱਕੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰ ਲੈਣਾ ਹੈ। ਸੋਸ਼ਲ ਡਿਸਟੈਂਸਿੰਗ ਦੇ ਔਰ ਜਿਹੜੇ ਤੁਹਾਡੇ ਵੇਅਰਿੰਗ ਆਫ ਮਾਸਕ ਦੇ ਨੋਰਮਸ ਨੇ ਜੀ, ਉਹ ਪਹਿਲਾਂ ਵਾਂਗੂ ਸਿਮਿਲਰ ਤੌਰ ਤੇ ਸਾਰੇ ਪਬਲਿਕ ਪਲੇਸਿਸ ਤੇ ਆਫਿਸਿਸ ਉਸੇ ਤਰੀਕੇ ਨਾਲ ਲਾਗੂ ਹੋਣਗੇ। ਮਾਸਕ ਦੁਬਾਰਾ ਤੋਂ ਕੰਪਲਸਰੀ ਹੋ ਗਿਆ ਹੈਗਾ ਔਰ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਜਿਹੜੇ ਨੇ ਉਹ ਵੀ ਸਾਰੇ ਫੋਲੋ ਕਰਨੇ ਪੈਣੇ ਨੇ। ਨਾਈਟ ਕਰਫਿਊ ਮਿਊਨਿਸਪਲ ਏਰੀਏ ਦੇ ਵਿੱਚ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸਾਰੇ ਮਿਊਨਿਸਪਲ ਟਾਊਨਸ ਦੇ ਵਿੱਚ, ਮੀਨਸ ਕਿ ਅੰਮ੍ਰਿਤਸਰ ਸ਼ਹਿਰ 'ਚ ਵੀ ਔਰ ਜਿਹੜੇ ਕਸਬੇ ਨੇ ਮਿਊਨਿਸਪਲ, ਚਾਹੇ ਉਹ ਜੰਡਿਆਲਾ ਗੁਰੂ ਹੈ ਜਾਂ ਉਹਨਾਂ ਦੇ ਮਿਊਨਿਸਪਲ ਟਾਊਨਸ ਦੇ ਵਿੱਚ ਨਾਈਟ ਕਰਫਿਊ ਲਾਗੂ ਹੋਏਗਾ। ਲੇਕਿਨ ਇਹਦੇ ਦੌਰਾਨ ਜਿਸ ਤਰ੍ਹਾਂ ਅਸੀਂ ਪਹਿਲਾਂ ਛੋਟ ਦਿੰਦੇ ਸੀ ਕਿ ਇੰਡਸਟਰੀਅਲ ਵਰਕਰ ਹੈ, ਉਹਨਾਂ ਦੀ ਸ਼ਿਫਟ ਰਾਤ ਨੂੰ ਚੱਲ ਰਹੀ ਹੈ, ਕੋਈ 에ਅਰਪੋਰਟ ਤੋਂ ਤੁਹਾਡਾ ਵਾਪਸ ਫਲਾਈਟ ਹੈਗੀ ਹੈ, ਉਹ ਲੋਕਾਂ ਨੇ ਘਰਾਂ 'ਚ ਜਾਣਾ ਹੈ, ਜਾਂ ਜਿਹੜੇ ਕੋਈ ਰਾਤ ਨੂੰ ਨਾਈਟ ਟਰੈਵਲ ਕਰ ਰਹੇ ਹੈਗੇ ਨੇ ਉਹ ਆਪਣੀ ਡੈਸਟੀਨੇਸ਼ਨਸ 'ਤੇ ਜਾ ਸਕਦੇ ਆ, ਉਹਨਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਹੋਏਗੀ। ਸਾਰੇ ਸਕੂਲ ਐਂਡ ਕਾਲਜਿਸ ਨੂੰ ਔਨਲਾਈਨ ਮੋਡ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਆਫਲਾਈਨ ਕਲਾਸਿਸ ਬੰਦ ਕਰਨ ਔਰ ਇਮੀਡੀਏਟਲੀ ਔਨਲਾਈਨ ਜੋ ਵੀ ਉਹਨਾਂ ਦੇ ਪ੍ਰੋਸੈਸ ਚੱਲ ਰਿਹਾ ਹੈ, ਸਿਲੇਬਸ ਕੰਪਲੀਟ ਕਰਨੇ ਨੇ, ਉਹ ਔਨਲਾਈਨ ਮੈਥਡ ਦੇ ਨਾਲ ਦੁਬਾਰਾ ਔਨਲਾਈਨ ਚੱਲਣਗੇ। ਐਕਸੈਪਟ ਨਰਸਿੰਗ ਤੇ ਮੈਡੀਕਲ ਕਾਲਜਿਸ, ਉਹ ਆਫਲਾਈਨ ਵੀ ਲੱਗੇ ਰਹਿਣਗੇ।
ਸਾਰੇ ਬਾਰ ਸਿਨੇਮਾ ਹਾਲ ਜਿੰਨੇ ਵੀ ਹੈਗੇ ਨੇ ਜੀ, ਸਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣੀ 50% ਕਪੈਸਿਟੀ 'ਤੇ ਵਰਕ ਕਰਨਗੇ। ਜਿਮ, ਸਟੇਡੀਅਮ, ਸਵਿਮਿੰਗ ਪੂਲ ਇਹ ਬੰਦ ਕਰ ਦਿੱਤੇ ਗਏ ਨੇ ਜੀ। AC ਬੱਸਿਸ 50% ਕਪੈਸਿਟੀ 'ਤੇ ਚੱਲਣਗੀਆਂ। ਦਫ਼ਤਰਾਂ 'ਚ, ਫੈਕਟਰੀਆਂ 'ਚ, ਪ੍ਰਾਈਵੇਟ ਅਦਾਰਿਆਂ 'ਚ ਕੇਵਲ ਵੈਕਸੀਨੇਟਡ ਸਟਾਫ ਹੀ ਅਲਾਊਡ ਹੋਏਗਾ। ਬਿਨਾਂ ਵੈਕਸੀਨੇਸ਼ਨ ਤੋਂ ਕੋਈ ਬੰਦਾ ਉੱਥੇ ਆਪਣਾ ਦਫ਼ਤਰਾਂ 'ਚ, ਭਾਵੇਂ ਉਹ ਪ੍ਰਾਈਵੇਟ ਨੇ, ਭਾਵੇਂ ਸਰਕਾਰੀ ਨੇ, ਜਾਂ ਉਹ ਫੈਕਟਰੀ ਹੈ ਜਾਂ ਇੰਡਸਟਰੀ ਹੈ, ਕੋਈ ਵੀ ਅਲਾਊਡ ਨਹੀਂ ਹੋਏਗਾ। ਪੰਜਾਬ 'ਚ ਐਂਟਰੀ ਉਸੇ ਦੀ ਹੋਏਗੀ ਜਿਹੜੇ ਬੰਦੇ ਜਿਹੜੇ ਨੇ ਫੁੱਲੀ ਵੈਕਸੀਨੇਟਡ ਨੇ, ਜਾਂ ਜਿਨ੍ਹਾਂ ਕੋਲ ਜੇ ਨਹੀਂ ਵੈਕਸੀਨੇਟਡ ਤੇ ਤੁਹਾਡੇ ਕੋਲ 72 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਅਦਰਵਾਈਜ਼ ਰੈਟ ਦਾ ਟੈਸਟ ਜਿਹੜਾ ਹੈਗਾ ਉਹ ਮੌਕੇ 'ਤੇ ਹੋਏਗਾ ਸਾਰਿਆਂ ਦਾ। ਗੈਦਰਿੰਗਸ ਦਾ ਬੜਾ ਅਹਿਮ ਪਾਰਟ ਹੈ। 500 ਇਨਡੋਰ, 700 ਆਊਟਡੋਰ, ਔਰ ਕੈਪ ਹੈ 50% ਕਪੈਸਿਟੀ। ਜੇ ਕੋਈ ਹਾਲ 50% ਕਪੈਸਿਟੀ ਦਾ ਮਤਲਬ ਹੈ ਵੀ ਹਾਲ ਹੀ 200 ਬੰਦਿਆਂ ਨੂੰ ਅਕੋਮੋਡੇਟ ਕਰ ਸਕਦਾ ਹੈ, ਤੇ ਉਹ 500 ਨਹੀਂ ਮੰਨਿਆ ਜਾਏਗਾ। ਉਹ ਆਪਣੀ 50% ਕਪੈਸਿਟੀ 'ਤੇ ਹੀ, ਇਹਦਾ ਮਤਲਬ ਉਹ 100 ਬੰਦਾ ਹੀ ਕਰ ਸਕੇਗਾ। ਇਹ ਇਸ ਤਰੀਕੇ ਨਾਲ ਗੈਦਰਿੰਗ ਦੇ ਨੋਰਮਸ ਹੋਣਗੇ। ਦੂਸਰਾ, ਜਿਹੜੇ ਵੀ ਆਰਗੇਨਾਈਜ਼ਰਸ ਨੇ ਫੈਸਟੀਵਲ ਗੈਦਰਿੰਗਸ ਵਗੈਰਾ ਕਰ ਰਹੇ ਨੇ, ਜਿੱਥੇ ਵੀ ਉਹ ਚਾਹੇ ਰਿਲੀਜੀਅਸ ਨੇ, ਦੂਜਾ ਸਿਰਫ ਵੈਕਸੀਨੇਟਡ ਲੋਕ ਅਲਾਊਡ ਹੋਣਗੇ। ਪਬਲਿਕ ਪਲੇਸਿਸ 'ਤੇ ਵੀ ਜਿਹੜੀਆਂ ਕੋਈ ਲੋਕੀ ਜਾ ਰਹੇ ਨੇ, ਬਾਜ਼ਾਰਾਂ, ਸਬਜ਼ੀ ਮੰਡੀ, ਇਹਨਾਂ ਦੀ ਤੁਰੰਤ ਪ੍ਰਭਾਵ ਤੋਂ ਚੈਕਿੰਗ ਸ਼ੁਰੂ ਹੋ ਜਾਣੀ ਹੈ ਕਿ ਤੁਹਾਡੇ ਕੋਲ ਵੈਕਸੀਨੇਟਡ ਜੇ ਰਿਕਾਰਡ ਹੈ। ਅਦਰਵਾਈਜ਼ ਸਾਰਿਆਂ ਨੂੰ ਅਲਾਊਡ ਨਹੀਂ ਹੋਏਗਾ ਪਬਲਿਕ ਸਪੇਸਿਸ 'ਤੇ ਵੀ ਜਾਣਾ। ਸ਼ਹਿਰ ਨਾਭਾ ਦੇ ਬੋੜਾ ਗੇਟ ਸਥਿਤ ਬਸਤੀ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਸੁਪਤਨੀ ਅੰਜੂ ਸੂਦ ਕਿਸੇ ਸੈਲੂਨ ਵਿੱਚ ਕੰਮ ਕਰਦੀ ਸੀ, ਜਿੱਥੇ ਉਸ ਨੂੰ ਜਾਣ ਤੋਂ ਉਸ ਦਾ ਪਤੀ ਰੋਕਦਾ ਸੀ, ਜਿਸ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਦੋਵਾਂ ਵਿੱਚ ਆਪਸੀ ਟਕਰਾਅ ਚੱਲ ਰਿਹਾ ਸੀ। ਹਰਪ੍ਰੀਤ ਵੱਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਉਪਰੰਤ ਪੁਲਿਸ ਨੂੰ ਆਪ ਇਤਲਾਹ ਦਿੱਤੀ ਗਈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਹੁਤ ਲੜਾਈ ਹੋ ਰਹੀ ਹੈ ਹਫ਼ਤੇ 10 ਦਿਨ ਦੀ। ਉਹ ਜਿੱਥੇ ਖੰਭ ਤੇ ਲੱਗੀ ਹੋਈ ਸੀ, ਉਹ ਮੁੰਡੇ ਪਿੱਛੇ ਲੜਾਈ ਹੁੰਦੀ ਹੈਗੀ। ਸੈਲੂਨ ਵਾਲਾ ਹੀ ਸੰਜੇ, ਸਿਰਫ ਉਹਦੇ ਪਿੱਛੇ ਲੜਾਈ। ਮੇਰਾ ਮੁੰਡਾ ਰੋਕਦਾ ਸੀ, ਇਹ ਕਹਿੰਦੀ ਮੈਂ ਜਾਊਂਗੀ। ਬਸ ਆਹ ਗੱਲ ਪਿੱਛੇ ਇਹਨਾਂ ਦਾ ਕਲੇਸ਼ ਪੈਂਦਾ ਸੀਗਾ, ਹੋਰ ਕੋਈ ਗੱਲ ਨਹੀਂ। ਉਹ ਮੁੰਡਿਆਂ ਦਾ ਸੈਲੂਨ, ਇਹ ਕਹਿੰਦੀ ਮੈਂ ਕੁੜੀ ਦੇ ਲੱਗੀ ਹੋਈ ਹਾਂ ਕਿਸੇ ਦੇ। ਆਹ ਗੱਲ ਸੀ, ਆਹ ਬਾਤ ਸੀ, ਰੋਜ਼ ਇਸੇ ਗੱਲ ਪਿੱਛੇ ਲੜਾਈ ਹੁੰਦੀ ਸੀਗੀ, ਹੋਰ ਕੋਈ ਗੱਲ ਨਹੀਂ। ਇਹ ਕਦੋਂ ਮਤਲਬ ਕਾਹਦੇ ਨਾਲ ਮਾਰਤਾ ਫਿਰ? ਅੱਜ ਸਾਨੂੰ ਪਤਾ ਹੀ ਨਹੀਂ, ਸਭ ਲੋਕ ਲਾ ਕੇ ਅੰਦਰ ਸੁੱਤੇ ਪਏ ਆ ਅਸੀਂ। ਮੈਂ ਤਾਂ ਸਵੇਰੇ 7 ਵਜੇ ਦੀ ਆਪਣਾ ਪਾਠ ਪੂਜਾ ਕਰਦੀ ਹਾਂ, 4 ਵਜੇ ਉੱਠ ਕੇ। ਇਹ ਹਲੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ, ਜੋ ਸਾਨੂੰ ਸਟੇਟਮੈਂਟ ਲਿਖਾਣਗੇ ਉਹਦੇ ਆਧਾਰ ਤੇ ਕਾਰਵਾਈ ਕਰਾਂਗੇ, ਜੋ ਤੱਥ ਸਾਹਮਣੇ ਆਉਣਗੇ। ਹਾਲੇ ਕੋਈ ਪਤਾ ਸੀ ਮਤਲਬ ਇਹ ਲੱਗਦਾ ਇਹਦਾ ਗਲਾ ਘੁੱਟਿਆ ਹੈ, ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਇਤਲਾਹ ਕਿਹਨੇ ਦਿੱਤੀ ਹੈ ਜਿਹੜੀ ਪੁਲਿਸ ਨੂੰ? ਇਤਲਾਹ ਕਿੱਥੋਂ? ਇਤਲਾਹ ਸਾਨੂੰ ਕੰਟਰੋਲ ਤੋਂ ਮਾਰਨ ਵਾਲੇ ਨਹੀਂ। 2017 ਦੇ ਵਿੱਚ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਅੱਜ ਤੱਕ ਆਪਣਾ ਇਹ ਵਾਅਦਾ ਪੂਰਾ ਨਹੀਂ ਕਰ ਸਕੀ, ਪਰੰਤੂ ਕਾਂਗਰਸ ਦੀ ਸਰਕਾਰ ਕੁਝ ਅਜਿਹੇ ਫੈਸਲੇ ਕਰ ਰਹੀ ਹੈ ਜਿਸ ਦੇ ਨਾਲ ਪਹਿਲਾਂ ਤੋਂ ਰੁਜ਼ਗਾਰ ਤੇ ਲੱਗੇ ਨੌਜਵਾਨ ਵੀ ਬੇਰੁਜ਼ਗਾਰੀ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਿਨੀ ਬੱਸ ਆਪਰੇਟਰਾਂ ਦਾ। ਰੂਪਨਗਰ ਦੇ ਵਿੱਚ ਇਕੱਠੇ ਹੋਏ ਮਿਨੀ ਬੱਸ ਆਪਰੇਟਰਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਮਿਨੀ ਬੱਸ ਆਪਰੇਟਰਾਂ ਨੇ ਕਾਂਗਰਸ ਦੀ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਘਰ ਘਰ ਰੁਜ਼ਗਾਰ ਤੱਕ ਹੀ ਦੇਣਾ ਸੀ, ਜਿਹੜਾ ਰੁਜ਼ਗਾਰ ਉਹਨਾਂ ਦੇ ਕੋਲ ਸੀ ਉਹ ਵੀ ਖੋਇਆ ਜਾ ਰਿਹਾ ਹੈ। ਹਾਂਜੀ, ਅੱਜ ਅਸੀਂ ਸਮੂਹ ਟਰਾਂਸਪੋਰਟਰ ਰੂਪਨਗਰ ਬੱਸ ਸਟੈਂਡ ਦੇ ਵਿੱਚ ਇਕੱਤਰ ਹੋਏ ਹਾਂ। ਸਾਡੀ ਸਮੱਸਿਆ ਇਹ ਆ ਵੀ ਸਰਕਾਰ ਵੱਲੋਂ ਅਸੀਂ ਇੱਕ ਬਹੁਤ ਟਾਈਮ ਤੋਂ ਸਰਕਾਰ ਤੋਂ ਇੱਕ ਮੰਗ ਕਰ ਰਹੇ ਹਾਂ ਵੀ ਸਾਡੇ ਜਿਹੜੇ ਪਰਮਿਟ ਹੈ ਰੀਨਿਊ ਕਰੇ ਜਾਣ, ਤੇ ਸਾਡੀ ਸਮੱਸਿਆ ਸਰਕਾਰ ਨੇ ਹੱਲ ਤਾਂ ਕੀ ਕਰਨੀ ਸੀ। ਪਰ ਕੱਲ੍ਹ ਸਾਨੂੰ ਜਦੋਂ ਕੁਝ ਟਰਾਂਸਪੋਰਟਰਾਂ ਦੇ ਫੋਨ ਆਏ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਵੀ ਸਾਡੀਆਂ ਬੱਸਾਂ ਜਿਹੜੀਆਂ ਰੋਡਵੇਜ਼ ਡਿਪੂ ਰੋਪੜ ਵੱਲੋਂ ਰੋਕ ਲਈਆਂ ਗਈਆਂ। ਜਦੋਂ ਅਸੀਂ ਕਾਰਨ ਪੁੱਛਿਆ ਵੀ ਕਿਉਂ ਰੋਕੀਆਂ, ਉਹ ਕਹਿੰਦੇ ਵੀ ਤੁਹਾਡਾ ਟਾਈਮ ਟੇਬਲ ਨਵਾਂ ਬਣ ਕੇ ਆ ਗਿਆ, ਵੀ ਤੁਹਾਡੀਆਂ ਬੱਸਾਂ ਟਾਈਮ ਦੇ ਵਿੱਚੋਂ ਬਾਹਰ ਕੱਢਤੀਆਂ। ਜਦ ਕਿ ਟਾਈਮ ਦੇ ਵਿੱਚੋਂ ਬਾਹਰ ਨਾ ਤਾਂ ਸਾਨੂੰ ਟਾਈਮ ਟੇਬਲ ਬਣਨ ਦਾ ਪਤਾ ਲੱਗਿਆ, ਕਿਉਂਕਿ ਜਦੋਂ ਵੀ ਪਹਿਲਾਂ ਟਾਈਮ ਟੇਬਲ ਬਣਦੇ ਆ ਤਾਂ ਪਹਿਲਾਂ ਭਵਿੱਖ ਦੇ ਵਿੱਚ ਜਿੰਨੀ ਵਾਰ ਵੀ ਟਾਈਮ ਟੇਬਲ ਬਣੇ ਸਾਰੇ ਟਰਾਂਸਪੋਰਟਰ ਇਕੱਤਰ ਹੁੰਦੇ ਆ, ਸਾਈਨ ਹੁੰਦੇ ਆ ਬਕਾਇਦਾ, ਫਿਰ ਟਾਈਮ ਟੇਬਲ ਬਣਦਾ। ਪਰ ਇਸ ਵਾਰ ਸਰਕਾਰ ਵੱਲੋਂ ਅਜਿਹਾ ਧੱਕਾ ਕਰਿਆ ਗਿਆ, ਟਾਈਮ ਟੇਬਲ ਦੀ ਕਾਪੀ RTA ਦਫ਼ਤਰ ਪਟਿਆਲੇ ਤੋਂ ਇਸ਼ੂ ਕਰਕੇ ਟਰਾਂਸਪੋਰਟਰਾਂ ਨੂੰ ਪਤਾ ਵੀ ਨਹੀਂ ਵੀ ਸਾਡੇ ਟਾਈਮ ਬਣ ਗਏ ਔਰ ਸਾਡੀਆਂ ਬੱਸਾਂ ਵਿੱਚੋਂ ਬਾਹਰ ਨਿਕਲ ਗਈਆਂ। ਉਸ ਤੋਂ ਬਾਅਦ ਰਾਜਾ ਵੜਿੰਗ ਜੀ ਨੂੰ ਪਟਿਆਲੇ ਜਾ ਕੇ ਸਾਡੇ ਸਮੂਹ ਟਰਾਂਸਪੋਰਟਰ ਮਿਲਦੇ ਆ, ਉਹ ਕਹਿ ਰਹੇ ਆ ਤੁਹਾਡੇ ਅਸੀਂ ਮਸਲੇ ਹੱਲ ਕਰਦੇ ਆ, ਮਿੰਨੀ ਬੱਸ ਆਪਰੇਟਰਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਤੁਹਾਡੇ ਟੈਕਸ ਵੀ ਅਸੀਂ ਮਾਫ ਕਰਨ ਬਾਰੇ ਸੋਚਾਂਗੇ, ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਨ ਬਾਰੇ ਸੋਚਾਂਗੇ। ਪਰ ਅਸੀਂ ਹੈਰਾਨ ਹੋਏ ਉਦੋਂ ਜਦੋਂ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਦਾ ਬਿਆਨ ਦੇ ਰਹੇ ਆ ਵੀ ਤੁਹਾਡੇ 31/12
2021 ਤੱਕ ਮੈਂ ਸਾਰੇ ਟੈਕਸ ਮਾਫ ਕਰਤੇ, ਪਰ ਸਾਡੀਆਂ ਬੱਸਾਂ 1 ਤਰੀਕ ਜਦੋਂ ਨਵਾਂ ਸਾਲ ਚੜ੍ਹਦਾ ਹੈ ਸਾਨੂੰ ਨਵਾਂ ਇੱਕ ਤੋਹਫਾ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਵੀ ਤੁਹਾਡੀਆਂ ਬੱਸਾਂ ਰੋਕ ਕੇ ਤੁਸੀਂ ਆਪਣੀਆਂ ਬੱਸਾਂ ਨੂੰ ਖੜੀਆਂ ਕਰੋ। ਜਦ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਅਸੀਂ ਬਹੁਤ ਲੋਕਾਂ ਦਾ ਭਲਾ ਕਰਨਾ ਹੈ, ਪਰ ਇੱਕ ਦੂਜੇ ਪਾਸੇ ਸਰਕਾਰ ਦਾ ਦੂਜਾ ਪੱਖ ਜਦੋਂ ਦੇਖਣ ਨੂੰ ਮਿਲਦਾ ਤਾਂ ਰੁਜ਼ਗਾਰ, ਜਿਹੜੇ ਬੰਦੇ ਰੁਜ਼ਗਾਰ ਤੇ ਲੱਗੇ ਹੋਏ ਆ ਉਹਨਾਂ ਨੂੰ ਬੇਰੁਜ਼ਗਾਰ ਕਰਿਆ ਜਾ ਰਿਹਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਨਿਮਰਤਾ ਸਹਿਤ ਪਹਿਲਾਂ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਮਸਲੇ ਪਹਿਲ ਦੇ ਆਧਾਰ ਤੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਜਲਦੀ ਹੱਲ ਕਰੇ ਜਾਣ। ਅਗਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਇਸ ਤੋਂ ਬਾਅਦ ਅਸੀਂ ਆਪਣੀਆਂ ਬੱਸਾਂ ਖੜੀਆਂ ਕਰਕੇ ਚਰਨਜੀਤ ਸਿੰਘ ਚੰਨੀ ਦੀ ਕੋਠੀ 'ਚ, ਚਰਨਜੀਤ ਸਿੰਘ ਚੰਨੀ ਦੇ ਦਫ਼ਤਰ 'ਚ, ਜਿੱਥੇ ਵੀ ਸਾਨੂੰ ਲੱਗੂਗਾ ਅਸੀਂ ਸਾਰੀ ਜਗ੍ਹਾ ਆਪਣੀਆਂ ਮਿੰਨੀਆਂ ਬੱਸਾਂ ਦੀਆਂ ਖੜੀਆਂ ਕਰਕੇ ਇਹਨਾਂ ਨੂੰ ਚਾਬੀਆਂ ਵਾਪਸ ਦੇ ਦਾਂਗੇ, ਕਿਉਂਕਿ ਅਸੀਂ ਤਾਂ ਬਰਬਾਦ ਹੋਏ ਚੁੱਕੇ ਹਾਂ। ਸਾਡੇ ਨਾਲ ਕਨੈਕਟਰ, ਡਰਾਈਵਰ, ਅੱਡਾ ਇੰਚਾਰਜ, ਉਹਨਾਂ ਦੇ ਪਰਿਵਾਰ, ਕਿੰਨੇ ਹੀ ਪਰਿਵਾਰ ਇਸ ਸਰਕਾਰ ਦੀ ਅਣਗਹਿਲੀ ਕਰਕੇ ਸਾਡੇ ਨਾਲ ਰੁਲਣ ਦੇ ਵਿੱਚ ਮਜਬੂਰ ਹੈ, ਕਿਉਂਕਿ ਇਹ ਅਣਗਹਿਲੀ ਸਰਕਾਰ ਦੀ ਹੈ। ਪਰਮਿਟ ਸਾਡੇ ਰੀਨਿਊ ਕਰਨ ਵਾਸਤੇ ਪਾਲਿਸੀ ਸਰਕਾਰ ਨੇ ਬਣਾਉਣੀ ਸੀ, ਜਦ ਕਿ ਸਾਡਾ ਕੋਈ ਕਸੂਰ ਨਹੀਂ ਸੀ। ਸਰਕਾਰ ਨੂੰ ਟੈਕਸ ਦੇ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਪਰ ਸਰਕਾਰ ਨੇ ਆਪਣੀਆਂ ਨਾਕਾਮੀਆਂ ਨੂੰ ਟਰਾਂਸਪੋਰਟਰਾਂ ਦੇ ਸਿੱਟਤਾ। ਇਸ ਕਰਕੇ ਅਸੀਂ ਚੰਨੀ ਸਰਕਾਰ ਤੋਂ ਮੰਗ ਕਰਦੇ ਹਾਂ ਸਾਡੀ ਸਮੱਸਿਆ ਹੱਲ ਕੀਤੀ ਜਾਵੇ, ਨਹੀਂ ਅਸੀਂ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਵਾਂਗੇ। ਧੰਨਵਾਦ। ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਨਿਰੰਤਰਨ ਯਤਨਸ਼ੀਲ ਹੈ, ਜਿਸ ਦੇ ਚੱਲਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਹਤ ਸਹੂਲਤਾਂ ਲਈ ਇਨਕਲਾਬੀ ਯਤਨ ਅਮਲ ਵਿੱਚ ਲਿਆਏ ਜਾ ਰਹੇ ਹਨ। ਇਸੇ ਵਚਨਬੱਧਤਾ ਤਹਿਤ ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਮੋਹਾਲੀ ਦੇ ਫੇਸ 3B1 ਵਿੱਚ 30 ਬਿਸਤਰਿਆਂ ਦੇ ਕਮਿਊਨਿਟੀ ਹੈਲਥ ਸੈਂਟਰ ਅਤੇ ਡਾਇਗਨੋਸਟਿਕ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਸਿਹਤ ਮੰਤਰੀ ਹਲਕਾ ਵਿਧਾਇਕ ਸਰਦਾਰ ਬਲਵੀਰ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਹਨਾਂ ਦੀ ਬੜੀ ਵੱਡੀ ਮੈਂ ਸਮਝਦਾ ਦੇਣ ਹੈ ਇਸ ਇਲਾਕੇ ਨੂੰ। ਸੋ ਇਹਨਾਂ ਨੇ ਬਤੌਰ ਹੈਲਥ ਮਿਨਿਸਟਰ ਜਿੱਥੇ ਪੰਜਾਬ ਦੀ ਸੇਵਾ ਕੀਤੀ ਹੈ ਉੱਥੇ ਮੋਹਾਲੀ ਨੂੰ ਬਹੁਤ ਕੁਝ ਦਿੱਤਾ। ਸੋ ਅੱਜ ਜਿੰਨੇ ਵੀ ਹਸਪੀਟਲ 3-4 ਹਸਪੀਟਲ ਇਹਨਾਂ ਨੇ ਮੋਹਾਲੀ ਨੂੰ ਦੇ ਦਿੱਤੇ। ਸੋ ਮੈਂ ਸਮਝਦਾ ਬੜੀ ਵੱਡੀ ਪ੍ਰਾਪਤੀ ਇਹਨਾਂ ਦੀ। ਸੋ ਇਹਦੇ ਨਾਲ ਨਾਲ ਮੈਡੀਕਲ ਕਾਲਜ ਜਿਹੜਾ ਮੋਹਾਲੀ ਨੂੰ ਅਸੀਂ ਦਿੱਤਾ ਪੰਜਾਬ ਸਰਕਾਰ ਨੇ। ਸੋ ਇਹ ਵੀ ਮੈਂ ਸਮਝਦਾ ਇਹਨਾਂ ਦੀ ਮਿਹਨਤ ਸਦਕਾ ਹੀ ਇੱਥੇ ਮੈਡੀਕਲ ਕਾਲਜ ਬਣਿਆ। ਸੋ ਇੱਥੋਂ ਸਾਡੇ ਬੱਚੇ ਜਿਹੜੇ ਨੇ ਚੰਗੇ ਚੰਗੇ ਡਾਕਟਰ ਬਣਨਗੇ। ਸੋ ਕਲਾਸਾਂ ਜਿਹੜੀਆਂ MBBS ਦੀਆਂ ਸਟਾਰਟ ਕਰਤੀਆਂ ਨੇ। ਦੂਜੇ ਜਿਹੜੇ 2 ਹੋਰ ਮੈਡੀਕਲ ਕਾਲਜ ਬਣ ਰਹੇ ਨੇ, ਜਿਨ੍ਹਾਂ ਦੇ ਕੱਲ ਸਾਡੇ PM ਸਾਹਿਬ ਨੀਂਹ ਪੱਥਰ ਰੱਖਣ ਆ ਰਹੇ ਨੇ। ਦੇਖੋ ਇਹ ਜਿਹੜਾ 30 ਬੈੱਡ ਦਾ ਹਸਪੀਟਲ ਹੈ, ਇਹ ਤਕਰੀਬਨ ਜਿਹੜੀ ਮਾਡਰਨ ਫੈਸਿਲਿਟੀਆਂ ਜਿੰਨੀਆਂ ਵੀ ਹਸਪੀਟਲ 'ਚ ਹੁੰਦੀਆਂ ਨੇ ਉਹ ਸਾਰੀਆਂ ਨਾਲ ਲੈਸ ਹੋਏਗਾ। ਔਰ ਜਿਹੜੀ OT ਹੈ ਦੀ ਪੰਜਾਬ 2nd ਨੰਬਰ ਤੇ OT ਹੈ, ਤੋਂ ਪਹਿਲਾਂ ਸੁਲਤਾਨਪੁਰ ਲੋਧੀ ਬਣਾਈ ਸੀ ਸੇਮ, ਤੇ ਉਹ ਇੱਥੇ OT ਬਣ ਰਹੀ ਹੈ। ਤੇ ਬਕਾਇਦਾ ਇਹਨੂੰ ਅਸੀਂ ਆਪਣਾ ਅਪਗ੍ਰੇਡ ਵੀ ਕਰ ਰਹੇ ਹਾਂ। ਆਲਰੇਡੀ ਜਿਹੜੀ ਪ੍ਰਪੋਜ਼ਲ ਬਣੀ ਹੋਈ ਹੈ ਸਬ ਡਿਵੀਜ਼ਨ ਹਸਪੀਟਲ ਦੀ। ਫਿਰ ਉਸ ਤੋਂ ਬਾਅਦ 11 ਤਰ੍ਹਾਂ ਦੇ ਜਿਹੜੇ ਡਾਕਟਰ ਇੱਥੇ ਹੋਣਗੇ। ਤਕਰੀਬਨ ਕੱਲ੍ਹ 4 ਡਾਕਟਰ ਜਿਹੜੇ NH ਭਰਤੀ ਕਰਕੇ ਅਸੀਂ ਇੱਥੇ ਅਪੁਆਇੰਟ ਕਰਤੇ ਨੇ। ਕੱਲ੍ਹ ਤੋਂ ਇੱਥੇ OPD ਤੇ ਡਾਇਗਨੋਸਟਿਕ ਸਟਾਰਟ ਹੋ ਜਾਏਗਾ ਤੇ ਹੌਲੀ ਹੌਲੀ ਫਿਰ ਸਾਰਾ ਗੈਨੋਕੋਲੋਜਿਸਟ ਵੀ ਕੱਲ੍ਹ ਆ ਜਾਣਗੇ ਕੁਛ। ਤੇ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਇਹਨੂੰ ਜਿੰਨੇ ਸਟੈਪ ਬਾਏ ਸਟੈਪ ਇਹਨੂੰ ਪ੍ਰਮੋਟ ਕਰੀ ਜਾਵਾਂਗੇ। ਸਰ ਨਵੀਂ ਲੈਬ ਦੀ ਗੱਲ ਕੀਤੀ ਹੈ, ਕਿੱਥੇ ਬਣ ਰਹੀ ਹੈ ਤੇ ਕਿੰਨੇ ਏਕੜ? ਉਹ ਲੈਬ 5 ਕਿੱਲੇ ਜ਼ਮੀਨ ਦਿੱਤੀ ਉਹਨਾਂ ਨੂੰ, ਆਪਣੇ ਮੋਹਾਲੀ ਜ਼ਿਲ੍ਹੇ 'ਚ ਹੀ ਹੈ। ਤੇ ਲੇਕਿਨ ਆਪਣੇ ਇੱਕ ਲੈਬ ਆਪਾਂ ਮੋਹਾਲੀ ਆਲਰੇਡੀ ਐਸਟੈਬਲਿਸ਼ ਕਰ ਚੁੱਕੇ ਹਾਂ ਆਪਣੇ ਕਾਲਜ ਦੇ ਵਿੱਚ। ਜਿਹੜੀ ਦੂਸਰੀ ਆਪਣੀ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਕਿ CT ਸਕੈਨ MRI ਜਿਹੜੀ PP ਮੋਡ ਤੇ ਹੈਗੀ ਆ, ਉਹ ਬਹੁਤ ਵਧੀਆ ਲੈਬ ਜਿਹੜੀ ਹੈ। ਕਹਿਰ ਦੀ ਸਰਦੀ ਵਿੱਚ ਜੇ ਇਨਸਾਨਾਂ ਲਈ ਜੀਣਾ ਮੁਸ਼ਕਿਲ ਹੋਇਆ ਪਿਆ ਹੈ, ਉੱਥੇ ਹੀ ਜਾਨਵਰ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹੋਣਗੇ, ਕਿਉਂਕਿ ਇਨਸਾਨ ਤਾਂ ਬੋਲ ਕੇ ਦੱਸ ਸਕਦਾ ਹੈ ਪਰ ਜਾਨਵਰ ਨਹੀਂ ਦੱਸ ਸਕਦਾ। ਜਾਨਵਰਾਂ ਦੇ ਲਈ ਵੀ ਬਟਾਲਾ ਵਿਖੇ ਨੌਜਵਾਨ ਲੜਕੇ ਲੜਕੀਆਂ ਨੇ ਇੱਕ ਸੰਸਥਾ ਦਾ ਗਠਨ ਕੀਤਾ ਹੈ ਤੇ ਇਹ ਸੰਸਥਾ ਸਿਰਫ ਜਾਨਵਰਾਂ ਲਈ ਹੀ ਕੰਮ ਕਰੇਗੀ। ਜੋ ਜਾਨਵਰ ਸਰਦੀ ਦੇ ਮੌਸਮ ਵਿੱਚ ਬਾਹਰ ਸੜਕਾਂ, ਗਲੀਆਂ, ਮੁਹੱਲਿਆਂ ਵਿੱਚ ਰਾਤ ਦੇ ਹਨੇਰੇ ਵਿੱਚ ਸੁੱਤੇ ਹੁੰਦੇ ਹਨ, ਉਹਨਾਂ ਨੇ ਖਾਲੀ ਬੋਰੀਆਂ ਵਿੱਚ ਪਰਾਲੀ ਭਰ ਕੇ ਉਹਨਾਂ ਦੇ ਕੋਲ ਰੱਖੀ ਜਾਵੇਗੀ ਤਾਂ ਜੋ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ। ਮੈਨੂੰ ਬਹੁਤ ਚੰਗਾ ਲੱਗਾ ਕਿ ਇਹ ਯੂਥ ਨੇ ਜਿਹੜਾ ਉਪਰਾਲਾ ਕੀਤਾ ਵਾ, ਇਹ ਬਹੁਤ ਹੀ ਵਧੀਆ ਕੀਤਾ, ਕਿਉਂਕਿ ਜਿਹੜੇ ਬੇਜਵਾਨ ਜਾਨਵਰ ਨੇ ਇਹ ਠੰਡ 'ਚ ਬਚਣ ਵਾਸਤੇ ਇਹਨਾਂ ਨੇ ਜੋ ਮੁਹਿੰਮ ਚਲਾਈ ਹੈ, ਮਤਲਬ ਜਿੱਦਾਂ ਬੋਰੀਆਂ ਕਵਰ ਕਰਕੇ ਹਰ ਜਾਨਵਰ ਪਸ਼ੂ ਨੇ ਜੋ ਬੇਜਵਾਨ ਨੇ, ਜੋ ਕੋਈ ਵੀ ਜਾਨਵਰ ਹੈ, ਉਹਨਾਂ ਨੂੰ ਠੰਡ ਤੋਂ ਬਚਣ ਵਾਸਤੇ ਇਹਨਾਂ ਨੇ ਮੁਹਿੰਮ। ਅਸੀਂ ਤਾਂ ਚਲੋ ਜੈਕਟਾਂ ਪਾਈਆਂ ਨੇ ਜਾਂ ਕੋਟੀਆਂ ਪਾਈਆਂ ਨੇ, ਠੰਡ ਤੋਂ ਬਚਣ ਵਾਸਤੇ ਆਪਣੀ ਸੇਫਟੀ ਕੀਤੀ ਹੈ। ਇਹਨਾਂ ਦੀ ਸੇਫਟੀ ਵਾਸਤੇ ਜਿਹੜੀ ਇਹ ਮੁਹਿੰਮ ਚਲਾਈ ਇਹਨਾਂ ਨੇ ਯੂਥ ਨੇ, ਇੱਕ ਕਦਮ, ਜਿਹੜਾ ਇੱਕ ਕਦਮ ਨਹੀਂ ਹੁੰਦਾ, ਯਾਨੀ ਕਿ ਇੱਕ ਸਾਰੇ ਇਨਸਾਨੀਅਤ ਵਾਸਤੇ ਬਹੁਤ ਵੱਡਾ ਉਪਰਾਲਾ ਵਾ। ਉਹਦੇ ਕਰਕੇ ਅਸੀਂ ਜਿਹੜੀ ਮੈਂ ਇਹਨਾਂ ਨਾਲ 24 ਘੰਟੇ ਆ
ਬਟਾਲਾ ਰੇਡੀਓ ਦੇ ਪ੍ਰਧਾਨ ਦੇ ਨਾਤੇ ਮੈਂ ਇਹਨਾਂ ਸੰਯੋਗ ਦੇਵਾਂਗਾ। ਜਿੰਨਾ ਮੇਰੇ ਤੋਂ ਵੱਧ ਸੰਯੋਗ ਹੋਏਗਾ ਮੈਂ ਇਹਨਾਂ ਦੇ ਯੂਥ ਵਾਸਤੇ ਇੱਕ ਕਦਮ ਦੇ ਨਾਲ ਆਪਣਾ ਦੂਜਾ ਕਦਮ ਵੀ ਇਹਨਾਂ ਵਾਸਤੇ ਰੱਖਣ ਨੂੰ ਤਿਆਰ ਆ। ਮਤਲਬ ਕਿ ਆਪਣੀ ਜਿੰਨੀ ਵੀ ਵੱਧ ਤੋਂ ਵੱਧ ਮੇਰੇ 'ਚ ਤਾਕਤ, ਮੇਰੇ ਕੋਲ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਮਤਲਬ ਕਿ ਇਹ ਮੰਗ ਮੰਗਣਗੇ ਤੇ ਮੈਂ ਇਹਨਾਂ ਦੇ ਨਾਲ ਆ। ਇਸੇ ਕਰਕੇ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਸਰ ਇੱਕ ਅਸੀਂ ਜਿਹੜਾ ਵਨ ਸਟੈਪ ਸੁਸਾਇਟੀ ਇੱਕ ਅਸੀਂ ਗਠਨ ਕੀਤਾ ਸੁਸਾਇਟੀ ਦਾ। ਵਨ ਸਟੈਪ ਦਾ ਮਤਲਬ ਹੈ ਇੱਕ ਕਦਮ ਉਹਨਾਂ ਦੇ ਲਈ, ਬੇਜ਼ੁਬਾਨਾਂ ਦੇ ਲਈ, ਇੱਕ ਕਦਮ ਇਨਸਾਨਾਂ ਦੇ ਲਈ, ਇੱਕ ਕਦਮ ਇਨਸਾਨੀਅਤ ਲਈ। ਸੋ ਇਸ ਵਿਚਕਾਰ ਸਾਡੀ ਸੁਸਾਇਟੀ ਨੇ ਇੱਕ ਜਿਹੜਾ ਪਲਾਨ ਕੀਤਾ, ਕਿਉਂ ਨਾ ਇੱਕ ਕਦਮ ਬੇਜ਼ੁਬਾਨ ਜਾਨਵਰਾਂ ਲਈ ਚੁੱਕਿਆ ਜਾਵੇ। ਜੇਕਰ ਠੰਡ ਵਿੱਚ ਸਾਡੇ ਕੋਲ ਸਰਵਾਈਵ ਨਹੀਂ ਹੁੰਦਾ, ਅਸੀਂ ਜੈਕਟਾਂ ਕੋਟੀਆਂ ਪਾ ਕੇ ਜਰਾਬਾਂ ਪਾ ਕੇ ਨਿਕਲਦੇ ਹਾਂ, ਤੇ ਉਹ ਬੇਜ਼ੁਬਾਨ ਜਾਨਵਰ ਜਿਹੜੇ ਠੰਡ ਦੇ ਵਿੱਚ ਰਹਿੰਦੇ ਨੇ, ਚਾਹੇ ਉਹ ਕੁੱਤੇ ਹੋਣ ਚਾਹੇ ਉਹ ਕਿਸੇ ਤਰ੍ਹਾਂ ਦੇ ਪੰਛੀ ਆ, ਉਹ ਕਿਵੇਂ ਸਰਵਾਈਵ ਕਰਨਗੇ। ਸੋ ਅਸੀਂ ਸੋਚਿਆ, ਸਾਡੀ ਟੀਮ ਨੇ ਪਲਾਨ ਕੀਤਾ ਕਿ ਅਸੀਂ ਬੋਰੀਆਂ ਕਿਉਂ ਨਾ ਮਾਰਕੀਟ ਦੇ ਵਿੱਚੋਂ ਇਕੱਠੇ ਕਰੀਏ, ਫਿਰ ਅਸੀਂ ਬੋਰੀਆਂ 'ਚ ਪਰਾਲੀ ਇਕੱਠੀ ਕਰਕੇ ਭਰ ਦਈਏ ਤੇ ਉਹਨਾਂ ਥਾਵਾਂ 'ਤੇ ਰੱਖੇ ਸ਼ਹਿਰ ਦੇ ਜਿੱਥੇ ਬੇਜ਼ੁਬਾਨ ਜਾਨਵਰਾਂ ਨੂੰ ਵੀ ਸਹਾਰਾ ਮਿਲ ਸਕੇ। ਦੇਸ਼ ਭਰ ਵਿੱਚ ਕਰੋਨਾ ਦੀ ਤੀਜੀ ਲਹਿਰ ਵਧਣ ਦੇ ਕਾਰਨ ਪੰਜਾਬ ਦੇ ਵਿੱਚ ਵੀ ਸਰਕਾਰ ਵੱਲੋਂ ਰਾਤ ਦਾ ਲਾਕਡਾਊਨ ਲਗਾਉਣ ਸਮੇਤ ਸਕੂਲ ਕਾਲਜ ਬੰਦ ਕੀਤੇ ਗਏ ਹਨ। ਪਰੰਤੂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਿਹਤ ਸੇਵਾਵਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਕੇ ਸਰਕਾਰ ਤੇ ਜਨਤਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਰੂਪਨਗਰ ਦੇ ਵੀ ਸਿਹਤ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਤੇ ਇਸ ਮੌਕੇ ਸਿਹਤ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਰੋਨਾ ਦੌਰਾਨ ਸਿਹਤ ਸੇਵਾਵਾਂ ਦਾ ਬਾਈਕਾਟ ਕਰਨਗੇ। ਅੱਜ ਅਸੀਂ ਜਿਹੜੇ ਕਿ ਸਾਡੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਸੰਘਰਸ਼ਾਂ ਦੇ ਨਾਲ ਪ੍ਰਾਪਤ ਕੀਤੇ ਹੋਏ ਸਾਡੇ ਭੱਤੇ ਸੀਗੇ, ਜਿਵੇਂ ਰੂਰਲ ਅਲਾਊਂਸ ਆ, ਸਾਡਾ ਟੂਰ ਅਲਾਊਂਸ ਆ, ਸਾਡੀਆਂ ਲੜਕੀਆਂ ਦਾ ਵਰਦੀ ਭੱਤਾ, ਧੁਲਾਈ ਭੱਤਾ ਹੈ ਤੇ ਇਹ ਸਰਕਾਰ ਵੱਲੋਂ ਡਾਈਟ ਭੱਤਾ ਇਹ ਸਰਕਾਰ ਵੱਲੋਂ ਬਿਨਾਂ ਕਿਸੇ ਕਾਰਨ ਤੋਂ ਕੱਟ ਲਏ ਗਏ ਹਨ। ਜਦ ਕਿ ਸਾਡੇ ਜਿਹੜੇ ਸਟਾਫ ਆ, ਮਲਟੀਪਰਪਜ਼ ਹੈਲਥ ਵਰਕਰ ਮੇਲ, ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਫੀਮੇਲ, ਇਹ ਸਾਰੇ ਸਾਡਾ ਕੰਮ ਫੀਲਡ ਦਾ, ਟੋਟਲੀ ਫੀਲਡ ਦਾ ਹੈ, ਜਿਸ ਦੇ ਤਹਿਤ ਕਿ ਅਸੀਂ ਘਰ ਘਰ ਜਾ ਕੇ ਟੀਕਾਕਰਨ ਕਰਨਾ, ਬੱਚਿਆਂ ਦੀ ਦੇਖਭਾਲ ਕਰਨੀ। ਕਰੋਨਾ ਦੇ ਵਿੱਚ ਸਾਡੇ ਲੜਕੀਆਂ ਵੱਲੋਂ ਪੂਰਨ ਤੌਰ ਤੇ ਕਰੋਨਾ ਦੇ ਵਿੱਚ ਕੰਮ ਕੀਤਾ, ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕੀਤੇ ਬਿਨਾਂ, ਦਿਨ ਰਾਤ, ਕੋਈ ਰਾਤ ਨਹੀਂ ਦੇਖੀ, ਕੋਈ ਦਿਨ ਨਹੀਂ ਦੇਖਿਆ। ਲੇਕਿਨ ਸਰਕਾਰ ਵੱਲੋਂ ਜਾਂਦਿਆਂ ਇਹ 7ਵੇਂ ਮਹੀਨੇ ਸਾਡੇ ਜਿਹੜੇ ਪੱਤੇ ਸੀ, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਤੁਹਾਡੇ ਪੱਤੇ ਡਬਲ ਕਰ ਦਿੱਤੇ, ਲੇਕਿਨ ਚੋਰ ਮੋਰੀ ਰਾਹੀਂ ਸਰਕਾਰ ਵੱਲੋਂ ਇਹ ਪੱਤੇ ਬਿਲਕੁਲ ਹੀ ਬੰਦ ਕਰ ਦਿੱਤੇ ਗਏ ਨੇ। ਤੁਸੀਂ ਹੜਤਾਲ ਤੇ ਕਰੋਨਾ ਬਾਅਦ ਖਬਰ ਗੁਰਦਾਸਪੁਰ ਤੋਂ ਹੈ, ਜਿੱਥੇ ਐਮਐਲਏ ਬਲਵਿੰਦਰ ਸਿੰਘ ਲਾਠੀ ਭਾਜਪਾ ਨੂੰ ਛੱਡ ਕੇ ਕਿਹੜੇ ਡਰ, ਭਰਮ ਜਾਂ ਪਿਆਰ ਨਾਲ ਕਾਂਗਰਸ ਵਿੱਚ ਵਾਪਸ ਆ ਗਏ ਹਨ, ਇਸ ਬਾਰੇ ਤਾਂ ਲਾਡੀ ਹੀ ਦੱਸ ਸਕਦੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਲਾਡੀ ਆਪਣੇ ਰਾਜਨੀਤਿਕ ਭਵਿੱਖ ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਗਏ ਹਨ। ਇਹ ਕਹਿਣਾ ਹੈ ਐਮਐਲਏ ਫਤਿਹ ਚੰਦ ਬਾਜਵਾ ਦਾ, ਜੋ ਅੱਜ ਬਟਾਲਾ ਵਿਖੇ ਇੰਪਰੂਵਮੈਂਟ ਟਰਸਟ ਦੇ ਭਾਜਪਾ ਤੇ ਸਾਬਕਾ ਚੇਅਰਮੈਨ ਰਹੇ ਸਵਰਗੀ ਦੇਵਦੱਤ ਚਾਚੋਵਾਲੀਆ ਦੀ ਲੋਕ ਸਭਾ ਵਿੱਚ ਪਹੁੰਚੇ ਹੋਏ ਸਨ। ਦੇਖੋ, ਇਹਦਾ ਤੇ ਬਲਵਿੰਦਰ ਲਾਡੀ ਹੁਰੀ ਕੁਝ ਕਹਿ ਸਕਦੇ ਆ, ਉਹਦਾ ਜਵਾਬ ਤੇ ਉਹ ਹੀ ਦੇ ਸਕਦੇ ਵੀ ਉਹ ਕਿਹੜੇ ਡਰ ਨਾਲ, ਕਿਹੜੇ ਭਰਮ ਨਾਲ, ਕਿਹੜੇ ਪਿਆਰ ਨਾਲ ਵਾਪਸ ਗਏ ਆ। ਮੈਂ ਸਮਝਦਾ ਉਹਨਾਂ ਦਾ ਇੱਕ ਆਪਣੇ ਪੋਲੀਟੀਕਲ ਕਰੀਅਰ ਤੇ ਇੱਕ ਬਹੁਤ ਵੱਡਾ ਉਹਨਾਂ ਪ੍ਰਸ਼ਨ ਚਿੰਨ੍ਹ ਲਾਇਆ, ਕਿਉਂਕਿ ਜਦੋਂ ਕੋਈ ਵਿਅਕਤੀ ਜਾਂਦਾ, ਜਦੋਂ ਕੋਈ ਵਿਅਕਤੀ ਘਰੋਂ ਬਾਹਰ ਜਾਂਦਾ ਤੇ ਮੈਂ ਸਮਝਦਾ ਬਹੁਤ ਸੋਚ ਸਮਝ ਕੇ ਪਰਿਵਾਰ ਨਾਲ, ਦੋਸਤਾਂ ਨਾਲ, ਸੰਬੰਧੀਆਂ ਨਾਲ ਸਲਾਹ ਕਰਕੇ ਜਾਂਦਾ। ਪਰ ਚਲੋ, ਬੈਸਟ ਆਫ ਲੱਕ ਟੂ ਬਲਵਿੰਦਰ ਲਾਡੀ ਜੀ। ਔਰ ਮੈਨੂੰ ਇਹ ਸੁਣਨ ਚਾਹੀਏ ਵੀ ਪਾਰਟੀ ਨੇ ਕਿਹਾ ਵੀ ਜੀ ਟਿਕਟ ਤੁਹਾਨੂੰ ਦਾਂਗੇ, ਇਹ 5-10 ਦਿਨਾਂ ਤੱਕ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਣਾ, ਤੁਹਾਨੂੰ ਪਤਾ ਲੱਗ ਜਾਣਾ ਵੀ ਪਾਰਟੀ ਨੇ ਕੀ ਕੀਤਾ ਤੇ ਬਲਵਿੰਦਰ ਲਾਡੀ ਜੀ ਕਿਹੜੇ ਚਾਂਸੇ 'ਚ ਆਏ ਨੇ। ਇਹ ਬੈਸਟ ਆਫ ਲੱਕ ਟੂ ਹਿਮ। ਮੈਂ ਤਾਂ ਇੱਕ ਅੱਛੀ ਨੈਸ਼ਨਲ ਪਾਰਟੀ, ਜਿਸ ਪਾਰਟੀ ਤੋਂ ਸਾਨੂੰ ਆਸ ਆ ਵੀ ਅਸੀਂ ਪੰਜਾਬ ਦਾ ਕੋਈ ਭਵਿੱਖ ਬਦਲ ਸਕਦੇ ਹਾਂ, ਤੇ ਇੱਕੋ ਵਾਹਦ ਪਾਰਟੀ ਜਿਹੜੀ ਹੈ ਉਹ ਬੀਜੇਪੀ ਹੈ। ਮੈਂ ਬਾਰ-ਬਾਰ ਇਹ ਗੱਲ ਕਹਿਣਾ ਚਾਹੁੰਦਾ, ਕਿਉਂਕਿ ਕਾਂਗਰਸ ਦਾ ਜਿੰਨੀ ਆਪਸ ਦੇ ਵਿੱਚ ਇਸ ਵਕਤ ਕਾਟੋ ਕਲੇਸ਼ ਚੱਲ ਰਿਹਾ, ਤੁਹਾਨੂੰ ਦੱਸਣ ਦੀ ਮੈਨੂੰ ਲੋੜ ਨਹੀਂ। ਅੱਜ ਪਾਰਟੀ ਕਿੱਥੋਂ ਕਿੱਥੇ ਤਾਸ਼ ਦੇ ਪੱਤਿਆਂ ਵਾਂਗੂ ਢੇਰੀ ਹੋ ਜਾਣੀ ਹੈ। ਚੰਦ ਦਿਨਾਂ ਦੀ ਖੇਡ ਹੈ। ਸਾਨੂੰ ਪੂਰਨ ਆਸ ਹੈ ਵੀ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ ਦੀ ਜਿੰਨੀ ਸਾਰੀ ਟੀਮ ਹੈ, ਉਹਨਾਂ ਨੇ ਹਿੰਦੁਸਤਾਨ ਦੇ ਚੜ੍ਹਤ ਲਈ ਬਣਾ ਕੇ ਸਾਰਾ ਕੁਝ ਜੋ ਬਿਹਤਰੀ ਕਰ ਰਹੇ ਆ। ਕੋਈ ਇੱਕ ਬੰਦਾ ਦੱਸ ਦਿਓ ਕਿਸੇ 'ਤੇ ਕਰਪਸ਼ਨ ਦੀ ਕੋਈ ਚਾਰਜਿਸ ਨੇ, ਕਿਸੇ 'ਤੇ ਕੋਈ ਗੱਲ ਹੋਰ ਸੁਣੀ ਦੀ ਆਉਂਦੀ ਹੈ। ਇਹੋ ਹੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ, ਇੱਕ ਚੰਗੀ ਲੀਡਰਸ਼ਿਪ ਦੀ ਕੁਆਲਿਟੀ
ਔਰ ਮੈਂ ਸਮਝਦਾ ਇਹੋ ਇੱਕ ਬਾਤ ਪਾਰਟੀ ਦੇ ਥੱਲੇ ਪੰਜਾਬ ਪ੍ਰੋਸਪਰ ਕਰ ਸਕਦਾ ਹੈ। ਨਵੇਂ ਸਾਲ ਦੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਬੈਠੇ 3 ਨੌਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਕਸਬਾ ਕਲਾਨੌਰ ਦੀ ਰੁਡਿਆਣਾ ਮੋੜ ਤੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਫੜੇ ਗਏ ਨੌਜਵਾਨਾਂ ਤੋਂ ਇੱਕ 32 ਬੋਰ ਦਾ ਪਿਸਤੌਲ, ਇੱਕ 315 ਬੋਰ ਦਾ ਦੇਸੀ ਕੱਟਾ, 2 ਮੈਗਜ਼ੀਨ ਅਤੇ 26 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਹ ਨੌਜਵਾਨ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਵੀ ਸਨ। ਇਹ ਜੀ ਕੱਲ ਮਿਤੀ 31/12/21 ਨੂੰ ਸਾਡੇ ਰਵਿੰਦਰ ਕੁਮਾਰ ਸੀ ਸਟਾਫ ਦੇ ASI ਨੇ ਉਹਨਾਂ ਦੀ ਸੀਕਰਟ ਇਨਫੋਰਮੇਸ਼ਨ ਤੇ ਉਹਨਾਂ ਨੇ ਇੱਧਰ ਆਪਣੇ ਰੜਿਆਣਾ ਸਾਈਡ ਦੋਸਤਪੁਰ ਸਾਈਡ ਵੱਲ ਨੂੰ ਗਸ਼ਤ ਕਰ ਰਹੇ ਸੀ। ਉਹਨਾਂ ਨੂੰ ਸੀਕਰਟ ਇਨਫੋਰਮੇਸ਼ਨ ਮਿਲੀ ਕਿ ਅਮਨਦੀਪ ਸਿੰਘ ਅਮਨਾ ਕਹਿੰਦੇ ਇਹਨੂੰ ਜੀ, ਇਹ ਗੋਤ ਪੋਕਰ ਦਾ ਆ। ਇਹਦੇ ਨਾਲ ਮੋਲਪ੍ਰੀਤ ਸਿੰਘ ਆ, ਇਹ ਗੁਰਦਾਸਪੁਰ ਦਾ ਰਹਿਣ ਵਾਲਾ, ਜੇਲ੍ਹ ਰੋਡ ਦਾ। ਚਾਰਲਸ ਮਸੀਹ ਇੱਕ। ਇਹ ਤਿੰਨੇ ਜਿਹੜੇ ਆ ਨਸ਼ਾ ਨੁਸ਼ਾ ਵੇਚਣ ਦਾ ਹਥਿਆਰ ਵੀ ਰੱਖਦੇ ਆਪਣੇ ਕੋਲ। ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਮੁਤਾਬਕ ਇਹਨਾਂ ਨੇ ਆਣ ਕੇ ਰੜਿਆਣਾ ਮੋੜ ਟੀ ਪੁਆਇੰਟ 'ਤੇ ਇਹਨਾਂ ਨੇ ਨਾਕਾ ਲਾ ਲਿਆ। ਇਹ ਹਥਿਆਰ ਬਰਾਮਦ ਹੋ ਸਕਦੇ ਆ, ਇਹਨਾਂ ਕੋਲ ਅਸਲਾ ਬਰਾਮਦ ਹੋ ਸਕਦਾ, ਕੋਈ ਹੋਰ ਚੀਜ਼ ਵੀ, ਜਿਵੇਂ ਕੋਈ ਗੈਰ ਕਾਨੂੰਨੀ ਧੰਦਾ ਕਰਨ ਦੇ ਆਦੀ ਨੇ। ਉੱਥੇ ਇਹਨਾਂ ਨੇ ਨਾਕਾ ਲਾਇਆ। ਕੋਈ 15-20 ਮਿੰਟ 25 ਮਿੰਟ ਬਾਅਦ ਇੱਕ ਲੈਂਸਰ ਗੱਡੀ ਡੇਰਾ ਬਾਬਾ ਨਾਨਕ ਸਾਈਡ ਤੋਂ ਆਈ, ਉਹਨੂੰ ਰੋਕਿਆ ਆ। ਉਹਦੇ ਵਿੱਚ ਇਹਨਾਂ ਨੇ ਕੋਈ ਮੋਮੀ ਲਿਫਾਫੇ ਦੇ ਵਿੱਚ ਕੋਈ ਚੀਜ਼ ਲਪੇਟ ਕੇ ਜਿੱਦਾਂ ਸੁੱਟਣ ਦੀ ਕੋਸ਼ਿਸ਼ ਕੀਤੀ ਆ। ਉਹ ਸ਼ੱਕ ਦੀ ਬਣਾ ਦੇ ਫਿਰ ਇਹਨਾਂ ਨੇ DSP ਸਾਹਿਬ ਨੂੰ ਫੋਨ ਕੀਤਾ ਆ। ਉਹ ਮੌਕੇ 'ਤੇ ਆਏ ਆ। ਇੱਥੋਂ ਸਾਡੀ ਟੀਮ ਦੇ ASI ਬਲਜਿੰਦਰ ਸਿੰਘ ਚੌਂਕੀ ਇੰਚਾਰਜ ਗਏ ਆ। ਇਹਨਾਂ ਦੀ ਵੱਖ-ਵੱਖ ਤਲਾਸ਼ੀ ਕੀਤੀ ਆ। ਤਲਾਸ਼ੀ ਕਰਨ 'ਤੇ 281 ਗ੍ਰਾਮ ਇਹਨਾਂ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ। ਰੂਰਲ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਅਤੇ ਦਰਜਾ 4 ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਦੇ ਬਾਹਰ ਭਾਰੀ ਠੰਡ ਵਿੱਚ ਸੜਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਵੀ ਦੇਵਾਂਗੇ। ਅਸੀਂ 16 ਸਾਲ ਤੋਂ ਸੜਕਾਂ ਤੇ ਰੁਲ ਰਹੇ ਹਾਂ। ਅਸੀਂ ਰੂਰਲ ਹੈਲਥ ਫਾਰਮੇਸੀ ਅਫਸਰ ਤੇ ਦਰਜਾ 4 ਕਰਮਚਾਰੀ ਹਾਂ। ਸਾਨੂੰ 16 ਸਰਕਾਰ 2006 'ਚ ਸਾਡੀ ਅਪਾਇੰਟਮੈਂਟ ਹੋਈ ਸੀ ਤੇ ਅਜੇ ਤੱਕ ਵੀ ਸਰਕਾਰ ਸਾਨੂੰ ਬਿਲਕੁਲ ਹੀ ਨਿਰਗੁਣੀਆਂ ਤਨਖਾਹਾਂ ਦੇ ਰਹੀ ਹੈ, ਜਿੰਨੀ ਇੱਕ ਦਿਹਾੜੀਦਾਰ ਵੀ ਉਸ ਤੋਂ ਜ਼ਿਆਦਾ ਕਮਾ ਲੈਂਦਾ ਹੈ। ਤੇ ਉਰੇ ਹੀ ਰੋਸ਼ ਵਿੱਚ ਅੱਜ ਅਸੀਂ ਮੰਤਰੀ ਸਾਹਿਬ ਦੀ ਕੋਠੀ ਅੱਗੇ ਬੈਠੇ ਨੇ। ਮੰਤਰੀ ਸਾਹਿਬ ਵੀ ਸਾਨੂੰ ਜਦੋਂ ਤੋਂ ਇਹ ਮੰਤਰੀ ਦੇ ਅਹੁਦੇ ਤੇ ਬੈਠੇ ਨੇ ਸਾਨੂੰ ਮਿੱਠੀਆਂ ਗੋਲੀਆਂ ਦਿੰਦੇ ਪਏ ਨੇ ਔਰ ਅਸੀਂ ਖਾਈ ਵੀ ਜਾਂਦੇ ਪਏ ਆ ਉਦੋਂ ਦੀਆਂ ਇਹਨਾਂ ਦੀਆਂ ਮਿੱਠੀਆਂ ਗੋਲੀਆਂ। ਪਰ ਅੱਕ ਕੇ ਹੁਣ ਅਸੀਂ ਤੰਗ ਹੋ ਕੇ ਇਹਨਾਂ ਸਰਕਾਰਾਂ ਦਾ ਇਹਨਾਂ ਦਾ ਪਿੱਟ ਸਿਆਪਾ ਕਰਨ ਲਈ ਇੱਥੇ ਪਹੁੰਚੇ ਆ। ਅਸੀਂ ਅੱਜ ਸਾਨੂੰ ਇਹਨਾਂ ਨੇ ਸ਼ਾਮ ਤੱਕ ਮੀਟਿੰਗ ਦਿੱਤੀ ਹੈ ਉੱਥੇ। ਜੇ ਸਾਡੀ ਮੀਟਿੰਗ 'ਚ ਕੁਝ ਹੱਲ ਨਹੀਂ ਕਰਦੇ ਤੇ ਅਸੀਂ ਇਹਨਾਂ ਸਾਡਾ ਚੈਲੰਜ ਹੈ ਕਿ ਅਸੀਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਆਪਣੇ ਚੋਣ ਹਲਕਿਆਂ ਤੋਂ ਜਿੱਤਣ ਨਹੀਂ ਦੇਵਾਂਗੇ। ਸਾਡਾ ਖੁੱਲਾ ਚੈਲੰਜ ਹੈ ਸਰ ਇਹਨਾਂ ਨੂੰ। ਸਰ ਅੱਜ ਸਾਨੂੰ ਸ਼ਾਮ ਨੂੰ ਇੱਕ ਪੈਨਲ ਮੀਟਿੰਗ ਮਿਲੀ ਹੈ। ਦੇਖੋ ਜੇ ਉਹਦੇ ਵਿੱਚ ਕੁਝ ਹੁੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ। ਸਰਕਾਰ ਦੀ ਇੱਟ ਨਾਲ ਇੱਟ ਵਜਾ ਦਾਂਗੇ। ਕੀ ਮੰਗ ਕਰਦੇ ਹੋ ਸਰ? ਅਸੀਂ 2006 ਤੋਂ ਕੰਮ ਕਰ ਰਹੇ ਹਾਂ। ਤਨਖਾਹਾਂ ਸਾਡੀ ਫਾਰਮੇਸੀ ਅਫਸਰ, ਸਾਨੂੰ ਸਰਕਾਰ ਨੇ ਨਾਮ ਤੇ ਦੇਤਾ ਫਾਰਮੇਸੀ ਅਫਸਰ, ਪਰ ਅਸੀਂ ਅਫਸਰ ਤੇ ਹੈ ਹੀ ਨਹੀਂ। ਸਾਡੀ ਤਨਖਾਹ ਤੇ 11,000 ਰੁਪਏ ਹੈ ਤੇ ਜਿਹੜੇ ਸਾਡੇ ਨਾਲ ਦਰਜਾ 4 ਕਰਮਚਾਰੀ ਆ ਉਹਨਾਂ ਦੀ ਤਨਖਾਹ ਸਿਰਫ 6,000 ਹੈ। ਸਰਕਾਰਾਂ ਇਹ ਦੱਸਣ ਕਿ ਇਹਨਾਂ ਨੂੰ ਤੇ ਇੰਨੀਆਂ ਪੈਨਸ਼ਨਾਂ ਵੀ ਮਿਲਦੀਆਂ, ਮੁਲਾਜ਼ਮਾਂ ਵਾਰੀ ਇਹਨਾਂ ਦਾ ਖਜ਼ਾਨਾ ਖਾਲੀ ਹੋ ਜਾਂਦਾ। ਸਰ ਮੈਂ ਮਨਪ੍ਰੀਤ ਬਾਦਲ ਜਿਹੜਾ ਕਿ ਸਾਡਾ ਖਜ਼ਾਨਾ ਮੰਤਰੀ ਹੈ, ਉਹਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਉਹ ਮੰਤਰੀ ਜੇ ਤਾਂ ਸਾਡਾ 6,000 ਤੇ 10,000 'ਚ ਸਾਡੇ ਘਰ ਦਾ ਬਜਟ ਸੈੱਟ ਕਰ ਦੇਗਾ ਨਾ ਕਿ ਤੁਸੀਂ ਆਪਣਾ ਬਜਟ ਮੈਂ ਸੈੱਟ ਕਰ ਦੇਣਾ, ਤੁਸੀਂ ਇੰਨੇ ਵਿੱਚ ਗੁਜ਼ਾਰਾ ਕਰੋ, ਤਾਂ ਅਸੀਂ ਮੰਨ ਜਾਵਾਂਗੇ, ਅਸੀਂ ਬੈਠ ਜਾਵਾਂਗੇ। ਇੱਕ ਵਾਰ ਉਹਨੂੰ ਕਿ ਸਾਡਾ 10,000 'ਚ ਸਾਡਾ ਬਜਟ ਸੈੱਟ ਕਰ ਦੇ ਕਿ ਅਸੀਂ ਆਪਣੇ ਬੱਚੇ ਕਿੱਥੋਂ ਪੜ੍ਹਾਉਣੇ ਆ, ਅਸੀਂ ਆਪਣਾ ਘਰ ਦਾ ਰਾਸ਼ਨ ਕਿੱਥੋਂ ਲੈਣਾ ਹੈ, ਅਸੀਂ ਡਿਊਟੀਆਂ ਤੇ ਆਉਣ ਜਾਣ ਦਾ ਪੈਟਰੋਲ ਦਾ ਖਰਚਾ ਕਿੱਥੋਂ ਕਰਨਾ ਹੈ। ਇੱਕ ਵਾਰੀ ਉਹ ਸਾਡਾ ਬਜਟ ਸੈੱਟ ਕਰ ਜਾ, ਉਹਨੂੰ ਕਿ 10,000 'ਚ ਸਾਡਾ ਬਜਟ ਸੈੱਟ ਕਰ ਜਾ। ਖਜ਼ਾਨਾ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਓਮਿਕਰੋਨ ਦੇ ਵੱਧਦੇ ਖਤਰੇ ਨੂੰ ਭਾਂਪਦੇ ਹੋਏ ਸਰਕਾਰ ਵੱਲੋਂ ਪਹਿਲਾਂ ਹੀ ਇਸ ਦੀ ਰੋਕਥਾਮ ਲਈ ਢੁਕਵੇਂ ਕਦਮ ਕੀਤੇ ਜਾ ਚੁੱਕੇ ਹਨ। ਇਸੇ ਕੜੀ ਅਧੀਨ ਸਰਕਾਰ ਵੱਲੋਂ ਨਵੇਂ ਸਾਲ ਦੇ ਤੋਹਫੇ ਦੇ ਰੂਪ ਵਿੱਚ 15 ਤੋਂ 18 ਸਾਲ ਦੀ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਲਈ ਵੈਕਸੀਨ ਸ਼ੁਰੂ ਕੀਤੀ ਗਈ ਹੈ। ਜਿੱਥੇ ਪਹਿਲਾਂ ਆਮ ਲੋਕਾਂ ਅੰਦਰ ਵੈਕਸੀਨ ਨੂੰ ਲੈ ਕੇ ਡਰ ਮਹਿਸੂਸ ਹੁੰਦਾ ਸੀ ਤਾਂ ਇਸ ਦੇ ਉਲਟ ਬੱਚੇ ਵੈਕਸੀਨ ਲਗਾਉਣ ਲਈ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਸਰਕਾਰੀ ਹਸਪਤਾਲ ਖੰਨਾ 'ਚ ਪੁੱਜੇ ਬੱਚਿਆਂ ਨੇ ਨਾਮੋਸ਼ੀ
ਬੱਚਿਆਂ ਨੇ ਖੁਸ਼ੀ ਨਾਲ ਵੈਕਸੀਨ ਲਗਵਾਉਂਦੇ ਹੋਏ ਜਿੱਥੇ ਸਰਕਾਰ ਦੀ ਸ਼ਲਾਘਾ ਕੀਤੀ, ਉੱਥੇ ਹੀ ਹੋਰਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਵੈਕਸੀਨ ਜ਼ਰੂਰ ਲਗਵਾਈ ਜਾਵੇ। ਕੀ ਕਹਿਣਾ ਚਾਹੋਗੇ ਅੱਜ ਵੈਕਸੀਨ ਲਗਵਾਉਣਾ ਹੈ? ਸਭ ਤੋਂ ਪਹਿਲਾਂ ਮੇਨ ਮੇਰਾ ਮੋਟਿਵ ਇਹ ਸੀਗਾ ਵੈਕਸੀਨੇਸ਼ਨ ਲਗਵਾਉਣ ਦਾ ਕਿ ਮਤਲਬ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮਤਲਬ ਮੈਂ ਵੈਕਸੀਨੇਸ਼ਨ ਲਗਵਾਈ ਹੈ। ਠੀਕ ਹੈ, ਲੋਕੀ ਕਹਿੰਦੇ ਆ ਕਿ ਮਤਲਬ ਜਿਹੜੀ ਵੈਕਸੀਨ ਹੈ ਕਿ ਨਹੀਂ ਸਹੀ ਨਹੀਂ ਹੈਗੀ, ਰਿਊਮਰਸ ਹੈ ਸਾਰੇ, ਕਿ ਮਤਲਬ ਇਹ ਕੋਈ ਗੱਲ ਹੈ ਨਹੀਂ ਗੀ। ਵੈਕਸੀਨੇਸ਼ਨ ਬਿਲਕੁਲ ਸੇਫ ਹੈ ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਲਦ ਤੋਂ ਜਲਦ ਲੋਕੀ ਵੈਕਸੀਨੇਸ਼ਨ ਲਗਵਾਉਣ ਤਾਂ ਕਿ ਮਤਲਬ ਸਾਨੂੰ ਆਪਣੀ ਕੋਵਿਡ ਮਹਾਮਾਰੀ ਤੋਂ ਮੁਕਤੀ ਮਿਲ ਸਕੇ। ਆਪਣੇ ਆਪ ਆਏ ਜਾਂ ਪੇਰੈਂਟਸ ਲੈ ਕੇ ਆਏ ਨੇ ਵੀ ਤੁਸੀਂ ਲਗਵਾਓ? ਕਿ ਮੇਰੇ ਫਾਦਰ ਲੈ ਕੇ ਆਏ ਆ। ਇਮਿਊਨਿਟੀ ਇੱਕ ਤਾਂ ਹੁੰਦਾ ਕਿ ਇਮਿਊਨਿਟੀ ਵਾਸਤੇ, ਇੱਕ ਹੁੰਦਾ ਕਿ ਪਰਪਸ ਹੁੰਦਾ ਕੋਈ ਵੀ ਮੈਂ ਫੌਰਨ ਜਾਣਾ ਹੋ ਕਿ नहीं ऐसा कोई पर्पस नहीं है। मतलब मुझे मतलब खुद ही था अंदर से कि मतलब लगवा लूँ वैक्सीनेशन। ਤੇ ਹੋਰ ਜਿਹੜੇ ਪੇਰੈਂਟਸ ਨੇ ਹਾਲੇ ਤੱਕ ਬੱਚਿਆਂ ਨੂੰ ਜਿਹੜੇ ਨਹੀਂ ਲੈ ਕੇ ਆ ਰਹੇ ਤੇ ਦੇਖ ਰਹੇ ਨੇ ਵੀ ਕਿਤੇ ਸਾਈਡ ਇਫੈਕਟ ਨਾ ਕੋਈ ਹੋਵੇ, ਉਹਨਾਂ ਨੂੰ ਕੀ ਮੈਸੇਜ ਕਨਵੇ ਕਰੋਗੇ? ਮੈਂ ਤਾਂ ਇਹ ਕਹੂੰਗੀ ਕੋਈ ਇਹ ਸਾਰੀ ਰਿਊਮਰਸ ਹੈ, ਇੰਨੀ ਦੁਨੀਆ ਲਗਵਾ ਰਹੀ ਹੈ। ਹੁਣ ਪਹਿਲਾਂ ਲੋਕ ਜਿਹੜੇ ਬਾਹਰ ਖੜੇ ਸੀਗੇ ਅਸੀਂ ਵੈਕਸੀਨੇਸ਼ਨ ਲਗਵਾਣੀ ਨਹੀਂ, ਅੱਜ ਭੀੜ ਲੱਗੀ ਹੋਈ ਹੈ ਇੰਨੀ ਸਾਰੀ ਹਸਪੀਟਲ ਦੇ ਬਾਹਰ, ਪਰ ਅੱਜ ਹੀ ਹੁਣ ਉਹੀ ਵੈਕਸੀਨੇਸ਼ਨ ਲਗਵਾ ਰਹੇ ਆ। ਤਾਂ ਐਸੀ ਕੋਈ ਗੱਲ ਨਹੀਂ ਹੈਗੀ, ਬਿਲਕੁਲ ਸੇਫ ਵੈਕਸੀਨੇਸ਼ਨ। ਕੀ ਨਾਮ? ਭੂਮਿਕਾ। ਕੀ ਕਰਨਾ ਹੈ ਸਿਵਲ ਹਸਪਤਾਲ ਦੇ ਵਿੱਚ? ਮੈਂ ਇੱਥੇ ਵੈਕਸੀਨ ਲਗਵਾਉਣ ਆਈ ਸੀ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਸਾਡੇ ਵੈਕਸੀਨ ਲੱਗੀ ਹੈ ਤੇ ਗਵਰਨਮੈਂਟ ਨੇ ਜੋ ਵੀ ਸਾਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਸਾਨੂੰ ਉਹ ਲੈਣੀ ਚਾਹੀਦੀ ਹੈ। ਇਹ ਸਾਡੀ ਫੈਸਿਲਿਟੀ ਵਾਸਤੇ ਹੀ ਉਹਨਾਂ ਨੇ ਕੀਤਾ ਹੈ। ਤੇ ਬੱਚੇ ਤਾਂ ਆਮ ਟੀਕੇ ਤੋਂ ਹੀ ਬਹੁਤ ਡਰਦੇ ਨੇ, ਤਾਂ ਇੱਕ ਐਕਸਪੈਰੀਮੈਂਟ ਕਹਿ ਲਓ ਕਰਨ ਲੱਗੀ ਹੈ ਸਰਕਾਰ ਵੈਕਸੀਨ ਦਾ। ਤੁਸੀਂ ਪਹਿਲਾਂ ਹੀ ਆਏ ਹੋ, ਬਿਲਕੁਲ ਵੀ ਪੇਰੈਂਟਸ ਨੇ ਨਹੀਂ ਰੋਕਿਆ? ਨਹੀਂ, ਮੈਨੂੰ ਪੇਰੈਂਟਸ ਨੇ ਨਹੀਂ ਰੋਕਿਆ। ਇਨਫੈਕਟ ਮੇਰੇ ਮੰਮਾ ਨਾਲ ਆਏ ਹੈ ਤੇ ਪਾਪਾ ਨੇ ਹੀ ਮੇਰੀ ਰਜਿਸਟ੍ਰੇਸ਼ਨ ਕਰਵਾਈ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਲਗਵਾਉਣੀ ਚਾਹੀਦੀ ਹੈ। ਆਪਾਂ ਇੱਧਰ ਉੱਧਰ ਘੁੰਮਦੇ ਹਾਂ ਤਾਂ ਆਪਾਂ ਲੋਕਾਂ ਨਾਲ ਟੱਚ ਵੀ ਹੁੰਦੇ ਹਾਂ ਤੇ ਆਪਾਂ ਨੂੰ ਉਹਦੀ ਫੈਸਿਲਿਟੀ ਹੈ ਤਾਂ ਲੈਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਬਲਾਚੌਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ, ਜਿਸ ਵਿੱਚ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅਕਾਲੀ ਵਰਕਰਾਂ ਵਿੱਚ ਬਹੁਤ ਹੀ ਜ਼ੁਲਮ ਕੀਤਾ ਹੈ ਤੇ ਝੂਠੇ ਮੁਕੱਦਮੇ ਵੀ ਦਰਜ ਕੀਤੇ ਗਏ ਹਨ, ਜਿਸ ਦਾ ਹਿਸਾਬ ਆਉਣ ਵਾਲੀਆਂ ਚੋਣਾਂ ਵਿੱਚ ਲਿਆ ਜਾਵੇਗਾ। ਪੰਜਾਬ ਦੇ ਵਿੱਚ ਕਿ ਅਸੀਂ ਇੰਨੇ 2000 ਮਹਿਲਾਵਾਂ ਨੂੰ ਕੁਝ ਸਕੂਟੀਆਂ 5000 ਰੁਪਇਆ 15-20 ਕੀ ਕਹਿਣਾ ਚਾਹੁੰਦੇ ਹੋ? ਤੋਂ ਉਹਨਾਂ ਦੀ ਸਰਕਾਰ ਰਹੀ ਹੈ, ਅੱਜ ਵੀ ਉਹਨਾਂ ਦੀ ਸਰਕਾਰ ਹੈ। ਕਿਹੜਾ ਕੋਈ ਚਾਪਾ ਲੱਗ ਗਿਆ ਹੈਗਾ? ਹੁਣ ਐਲਾਨ ਕਰਕੇ ਹੁਣ ਦਿਲਵਾ ਦੇਣਾ। ਐਲਾਨ ਕਾਹਨੂੰ ਕਰ ਰਹੇ ਨੇ? 2.5 ਸਾਲ ਮੰਤਰੀ ਰਹਿ ਚੁੱਕੇ ਨੇ, 5 ਸਾਲ ਮੁੱਖ ਮੰਤਰੀ ਸਾਹਿਬ ਖੁਦ ਉਸ ਸਰਕਾਰ ਦਾ ਹਿੱਸਾ ਰਹਿ ਚੁੱਕੇ ਨੇ ਤੇ ਜਦ ਚੰਨੀ ਐਲਾਨ ਕਰਦੇ ਨੇ ਉਹ ਤਾਂ ਲੋਲੀਪੌਪ ਹੈਗਾ ਤੇ ਸਿੱਧੂ ਸਾਹਿਬ ਐਲਾਨ ਕਰਦੇ ਨੇ ਤਾਂ ਉਹ ਹਕੀਕਤ ਬਣ ਗਈ। ਸਿੱਧੂ ਸਾਹਿਬ ਮੈਂ ਇਹ ਕਹਿੰਦੀ ਆ ਐਲਾਨ ਤਾਂ ਉਹ ਕਰਦੇ ਜਿਹਨਾਂ ਦੀ ਸਰਕਾਰ ਰਹੀ ਹੈ। ਤੁਹਾਡੀ ਤਾਂ ਸਰਕਾਰ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।